ਮੁਕਾਰ ਬਿੰਡਰ ਬੜਾ ਹੀ ਸੋਹਣਾ ਸਵਾਲ। ਜਵਾਬ ਵੀ ਸੋਹਣਾ ਜਿਹਾ ਦੇ ਦਿਓ, ਫਿਰ ਲੋਕ ਇੰਤਜ਼ਾਰ ਕਰ ਰਹੇ ਨੇ। ਅਸੀਂ ਤੇ ਪਹਿਲਾ ਨਾਰਾ ਹੀ ਇਹ ਲਿਖਦੇ ਹਾਂ ਕਿ ਸੂਫੀਆਂ ਦਾ ਕਲਾਮ ਪੜਾਓ, ਦਹਿਸ਼ਤਗਰਦੀ ਮੁੱਢੋਂ ਮੁਕਾਓ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੇਰਾ ਆਪਣਾ ਕਿਸਾਨ ਫੈਮਿਲੀ ਨਾਲ ਤਲਕ ਹੈ। ਧੁੱਪਾਂ 'ਚ ਸੜਦੇ ਆ, ਰਾਤ ਨੂੰ ਨਹਿਰਾਂ ਦੀਆਂ ਵਾਰੀਆਂ ਲਾਉਂਦੇ ਆ, ਪਾਣੀ ਲਾਈਦਾ, ਸੱਪਾਂ ਦੀਆਂ ਸਿਰੀਆਂ ਮਿੱਧ ਕੇ ਦਿਨ ਰਾਤ। ਅਸੀਂ ਬੜੀਆਂ ਉਮੀਦਾਂ ਲਾਈਆਂ ਹੁੰਦੀਆਂ, ਆਸਾਂ ਲਾਈਆਂ ਹੁੰਦੀਆਂ ਐਤਕੀ ਮੂੰਜੀ ਵੱਢੀ ਜਾਏ, ਤੇ ਜਦੋਂ ਸਭ ਕੁਝ ਹੋ ਜਾਂਦਾ, ਕਣਕ ਮੂੰਜੀ ਆ ਜਾਂਦੀ ਤੇ ਮਰ ਮਰਾ ਕੇ ਆੜਤੀਆਂ ਦੇ ਕਰਜ਼ਾ ਹੀ ਲੈਂਦੇ ਨੇ। ਬਿੰਡਰ ਸਾਹਿਬ ਦੇਖੋ, ਕਿਸਾਨ ਜਿਹੜਾ ਨਾ ਉਹ ਰੀੜ੍ਹ ਦੀ ਹੱਡੀ ਹੈ, ਤੇ ਇੱਥੋਂ ਦੇ ਜਿਤਨਾ ਮਾੜਾ ਉਹਨਾਂ ਦਾ ਹਾਲ ਹੈ ਉਸ ਤੋਂ 4 ਗੁਣਾ ਜ਼ਿਆਦਾ ਲਹਿੰਦੇ ਪੰਜਾਬ ਦੇ ਕਿਸਾਨ ਦਾ ਹਾਲ ਹੈ। ਤੇ ਇਹ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਉਹ ਤੇ ਜਾਗੇ ਹਨ, ਇਹ ਵੀ ਜਾਗ। ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਸਿਗਰਟ ਸਾਡੀ ਸਿਹਤ ਵਾਸਤੇ ਜ਼ਰੂਰੀ ਨਹੀਂ, ਪਰ ਸਿਗਰਟ ਨੂੰ ਬਣਾਉਣ ਵਾਲੀ ਕੰਪਨੀ ਕਰੋੜਾਂ ਦੀ ਮਾਲਕ ਹੈ। ਸ਼ਰਾਬ ਸਾਡੇ ਵਾਸਤੇ ਜ਼ਰੂਰੀ ਨਹੀਂ, ਪਰ ਸ਼ਰਾਬ ਨੂੰ ਬਣਾਉਣ ਵਾਲੀ ਕੰਪਨੀ ਕਰੋੜਾਂ ਦੀ ਮਾਲਕ ਹੈ। ਖਾਣਾ ਕਣਕ ਸਾਡੇ ਵਾਸਤੇ ਜ਼ਰੂਰੀ ਹੈ, ਪਰ ਕਣਕ ਨੂੰ ਉਗਾਉਣ ਵਾਲਾ ਕਿਸਾਨ ਅੱਜ ਵੀ ਗਰੀਬ ਹੈ। ਇਹ ਕਿੱਥੋਂ ਦਾ ਇਨਸਾਫ ਹੈ? ਇੱਟ ਖੜਕੇ ਦੁੱਕੜ ਵੱਜੇ, ਤੱਤਾ ਹੋਵੇ ਚੁੱਲ੍ਹਾ, ਤੇ ਆਣ ਫਕੀਰ ਤੇ ਖਾਖਾ ਜਾਵਾਂ, ਰਾਜ਼ੀ ਹੋਵੇ ਬੁੱਲ੍ਹਾ। ਅਸਲਾਮ ਵਾਲੇਕੁਮ, ਮੈਂ ਤੁਹਾਡਾ ਆਪਣਾ ਵਕਾਰ ਭਿੰਡਰ ਤੇ ਤੁਸੀਂ ਦੇਖ ਰਹੇ ਹੋ ਮੇਰਾ ਪ੍ਰੋਗਰਾਮ ਦੀ ਵਕਾਰ ਭਿੰਡਰ ਸ਼ੋ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਚੜ੍ਹਦੇ ਪੰਜਾਬ ਦੇ ਵਿੱਚ ਪੰਜਾਬੀ ਆਪਣੀ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੇ ਆ। ਉਹ ਭਾਵੇਂ ਕੈਨੇਡਾ ਹੋਣ, ਆਸਟ੍ਰੇਲੀਆ ਹੋਣ, ਅਮਰੀਕਾ ਹੋਣ, ਲੰਡਨ ਹੋਣ, ਜਿੱਥੇ ਵੀ ਹੋਣ, ਉਹ ਆਪਣੀ ਪੰਜਾਬੀ ਬੋਲੀ ਬੋਲਦੇ ਆ। ਤੇ ਇੱਧਰ ਸਾਡੇ ਲਹਿੰਦੇ ਪੰਜਾਬ ਵੱਲ ਪੰਜਾਬੀ ਬੋਲੀ ਬੋਲਣੀ ਕੀ ਹੈ, ਇਹ ਪੰਜਾਬੀ ਬੋਲੀ ਬੋਲਣ ਵਾਲੇ ਨੂੰ ਪੇਂਡੂ ਅਨਪੜ੍ਹ ਜਾਂ ਹਲਗਵਾਰ ਦੱਸਦੇ ਨੇ। ਤੇ ਅੱਜ ਸਾਡੇ ਨਾਲ ਇੱਕ ਇੰਜ ਦੇ ਬੰਦੇ ਨੇ ਜਿਹੜੇ ਆਪਣੇ ਨਾਮ ਦੇ ਨਾਲ ਪੰਜਾਬੀ ਨੂੰ ਇੰਜ ਲਿਖਦੇ ਨੇ ਜਿਵੇਂ ਪਿਓ ਦਾ ਨਾਮ ਲਿਖੀਦਾ। ਤੇ ਤੁਹਾਡੀ ਭਰਪੂਰ ਤਾਰੀਆਂ ਦੇ ਵਿੱਚ ਸਾਡੇ ਨਾਲ ਨੇ ਅਹਿਮਦ ਰਜ਼ਾ ਪੰਜਾਬੀ ਜੀ। ਸ਼ੁਕਰੀਆ ਬਿੰਡਰ ਸਾਹਿਬ, ਬਹੁਤ ਸ਼ੁਕਰੀਆ। ਹਾਂਜੀ, ਇਹਨਾਂ ਨੂੰ ਜ਼ਰਾ ਜਿਹੜੇ ਦੇਖਣ ਵਾਲੇ ਨੇ ਆਪਣੇ, ਉਹਨਾਂ ਨੂੰ ਦੱਸ ਦਿਓ। ਮੈਨੂੰ ਤੇ ਪਤਾ ਹੀ ਹੈ ਤੁਸੀਂ ਚਾਈਨਾ ਦੇ ਆਲਮ ਲਵਾਰ ਹੋ। ਆਪਣਾ ਤਾਰਫ ਕਰਾ ਦਿਓ ਥੋੜਾ ਜਿਹਾ। ਬਿੰਡਰ ਸਾਹਿਬ, ਮੇਰਾ ਅਗਰ ਤਾਰੀਫ ਕਹੀਏ ਤਾਂ ਬੁਨਿਆਦੀ ਤੌਰ 'ਤੇ ਮੈਂ ਕਿਸਾਨ ਦੇ ਘਰ ਪੈਦਾ ਹੋਇਆ ਔਰ ਮੈਂ ਅੱਜ ਵੀ ਕਿਸਾਨ ਹਾਂ। ਫਿਰ ਮੈਂ ਉਸ ਤੋਂ ਬਾਅਦ ਮੇਰੀ ਜਿਹੜੀ ਐਜੂਕੇਸ਼ਨ ਸੀ ਉਹ ਮਾਸਟਰ ਡਿਗਰੀ ਮੇਰੀ ਮੀਡੀਆ ਦੇ ਵਿੱਚ ਹੈ। ਫਿਰ ਮੈਂ ਮੀਡੀਆ ਜੁਆਇਨ ਕੀਤਾ, ਅਤੇ ਦੂਸਰੇ 1 ਸਾਲ ਬਾਅਦ ਨਾ ਮੀਡੀਆ ਗਰੁੱਪ ਦੇ ਇੱਕ ਬਹੁਤ ਵੱਡਾ ਗਰੁੱਪ ਹੈ, ਉਹਦੇ ਮਾਲਕ ਦੇ ਨਾਲ ਕੋਈ ਕੁਝ ਮਾਮਲਾ ਖਰਾਬ ਹੋਏ ਅਤੇ ਉਹਨਾਂ ਨੇ ਮੈਨੂੰ ਕੱਲ੍ਹ ਅਦਮ ਕਰਾਰ ਦੇ ਦਿੱਤਾ, ਕੱਢਤਾ ਉਹਨਾਂ ਨੇ ਮੈਨੂੰ ਕੱਢ ਦਿੱਤਾ। ਸੋ ਮੈਂ ਫਿਰ ਮੀਡੀਆ ਦੇ ਵਿੱਚ ਨਹੀਂ ਵੜਿਆ। ਮੈਂ ਕਿਹਾ ਹੁਣ ਜੇ ਕੱਢਿਆ ਹੈ ਨਾ ਤਾਂ ਮੈਂ ਆਪਣੀ ਦੁਨੀਆ ਫਿਰ ਨਵੀਂ ਬਣਾਵਾਂਗਾ। ਫਿਰ ਮੈਂ ਕਾਰਪੋਰੇਟ ਕੰਪਨੀ ਹੈ ਬੜੀ ਵਰਲਡ ਲੈਵਲ ਦੀ, P&G ਕੰਪਨੀ, ਮੈਂ ਫਿਰ ਉਹਦੇ ਵਿੱਚ ਕੋਈ 10-11 ਸਾਲ ਜੌਬ ਕੀਤੀ। ਅਤੇ ਜੌਬ ਕਰਨ ਤੋਂ ਬਾਅਦ ਫਿਰ ਥੱਕ ਗਿਆ ਮੈਂ ਕਿਹਾ ਜੌਬ ਬਹੁਤ ਹੋ ਗਈ। ਸੁਪਰਵਾਈਜ਼ਰ ਦੇ ਲੈਵਲ ਤੋਂ ਲੈ ਕੇ ਤੇ ਪ੍ਰੋਜੈਕਟ ਡਾਇਰੈਕਟਰ ਤੱਕ ਦੀ ਮੇਰੀ ਜੌਬ ਸੀ, ਔਰ ਇਹ ਸਫ਼ਰ ਕੋਈ 7-8 ਸਾਲਾਂ ਦੇ ਵਿੱਚ ਮੈਂ ਤੈਅ ਕਰਕੇ ਪਰੇ ਮਾਰਿਆ। ਜਿਹੜੇ ਪਿੰਡਾਂ ਦੇ ਬੰਦੇ ਹੁੰਦੇ ਨੇ, ਇਹਨੇ ਤੁਹਾਨੂੰ ਪਤਾ ਹੈ ਕਿ ਮਿਹਨਤੀ ਹੁੰਦੇ ਨੇ। ਜਦੋਂ ਕਾਰਪੋਰੇਟ ਸੈਕਟਰ ਦੇ ਵਿੱਚ ਜਾਂਦੇ ਨੇ ਤਾਂ ਫਿਰ ਇਹ ਤਬਾਹੀ ਲਾ ਦਿੰਦੇ ਨੇ। ਸੋ ਆਪਣੇ ਹਿੱਸੇ ਦੀ ਤਬਾਹੀ ਕੁਛ ਲਾਈ ਵੀ। ਉਸ ਤੋਂ ਬਾਅਦ ਫਿਰ ਮੈਂ ਉਹ ਜੌਬ ਛੱਡ ਦਿੱਤੀ, ਔਰ ਜੌਬ ਛੱਡਣ ਤੋਂ ਬਾਅਦ ਫਿਰ ਮੈਂ ਆਪਣੀ ਕੰਪਨੀ ਬਣਾਈ ਉਸੇ ਹੀ ਫੀਲਡ ਦੀ, ਬ੍ਰਾਂਡ ਐਕਟੀਵੇਸ਼ਨ ਦੀ। ਬ੍ਰਾਂਡ ਐਕਟੀਵੇਸ਼ਨ ਦਾ ਕੰਮ ਮੈਂ 2013 ਦੇ ਵਿੱਚ ਸਟਾਰਟ ਕੀਤਾ। ਇਹੀ 2013 ਦਾ ਹੀ ਟਾਈਮ ਹੈ ਜਦੋਂ ਯੂਨੀਵਰਸਿਟੀਜ਼ ਦੇ ਅੰਦਰ ਜਿਹੜੀ ਡਿਬੇਟਸ ਹੁੰਦੀ ਸੀ ਸਾਡੀ, ਉਹ ਪੰਜਾਬੀ ਲੈਂਗੁਏਜ ਦੇ ਮੁੱਦੇ 'ਤੇ ਹੁੰਦੀ ਸੀ। ਉਹਨਾਂ ਦਿਨਾਂ ਦੇ ਵਿੱਚ ਯੂਨੀਵਰਸਿਟੀਜ਼ ਦੇ ਅੰਦਰ ਜਿਹੜੇ ਬੱਚੇ ਪੜ੍ਹਨ ਵਾਲੇ ਆ, ਕਾਲਜਸ ਦੇ ਅੰਦਰ ਬੱਚੇ ਪੜ੍ਹਨ ਵਾਲੇ ਆ, ਉਹਨਾਂ ਦੇ ਅੰਦਰ ਇੱਕ ਜ਼ੇਨ ਸਾਜ਼ੀ ਕੀਤੀ ਜਾਂਦੀ ਹੈ ਕਿ ਪੰਜਾਬੀ ਦੀ ਗੱਲ ਕਰਨੀ, ਸਿੰਧੀ ਦੀ ਗੱਲ ਕਰਨੀ, ਪਸ਼ਤੋ ਦੀ ਗੱਲ ਕਰਨੀ, ਇਹ ਤਾਸਬ ਹੈ, ਇਹਦੇ ਨੇੜੇ ਨਾ ਲੱਗਣਾ। ਸਿੰਪਲ ਤੁਸੀਂ ਗੱਲ ਕਰੋ ਸਿੰਗਲ ਲੈਂਗੁਏਜ ਦੀ, ਔਰ ਸਿੰਗਲ ਲੈਂਗੁਏਜ ਹੈ ਉਰਦੂ ਦੀ। ਲੇਕਿਨ ਇਸ ਦੇ ਨਾਲ ਇਹਨਾਂ ਕੌਮਾਂ ਦੀ ਬਰਬਾਦੀ ਕਿਤਨੀ ਹੈ। ਕਲਚਰਲੀ ਅਗਰ ਦੇਖੀਏ, ਲਿੰਗੁਅਲੀ ਅਗਰ ਦੇਖੀਏ, ਤੇ ਤੁਸੀਂ ਕਿਸੇ ਵੀ ਕੌਮ ਨੂੰ ਅਗਰ ਬਰਬਾਦ ਕਰਨਾ ਹੈ ਤਾਂ ਉਹਨੂੰ ਉਸ ਦੀ ਲੈਂਗੁਏਜ ਤੋਂ ਹਟਾ ਦਿਓ, ਕਿਉਂਕਿ ਉਸ ਲੈਂਗੁਏਜ ਦੇ ਅੰਦਰ ਉਹਦਾ ਸਦੀਆਂ ਦਾ ਨਾ ਸਿਰਫ ਲਿਟਰੇਚਰ ਹੁੰਦਾ ਹੈ ਬਲਕਿ ਉਹਦਾ ਇਤਿਹਾਸ ਜੁੜਿਆ ਹੁੰਦਾ ਹੈ,
ਉਹਨੇ ਹੱਸਣਾ ਕਿਵੇਂ, ਉਹਨੇ ਰੋਣਾ ਕਿਵੇਂ, ਉਹਨੇ ਕਰਨਾ ਕੀ ਹੈ, ਸੋਚਣਾ ਕੀ ਹੈ, ਸਾਰਾ ਉਹ ਲੈਂਗੁਏਜ ਦੇ ਰਹੀ ਹੁੰਦੀ। ਹੁਣ ਅਗਰ ਤੁਸੀਂ ਉਸ ਨੂੰ ਕੱਟ ਕਰ ਦਿਓਗੇ ਤੇ ਉਹ ਸਾਰਾ ਕੁਝ ਪਿੱਛੇ ਵਾਲਾ ਨਵੇਂ ਸਿਰੇ ਤੋਂ ਤਹਿਜ਼ੀਬ ਤੁਸੀਂ ਸ਼ੁਰੂ ਕਰੋਗੇ। ਸੋ ਦੁਨੀਆ ਦੇ ਵਿੱਚ ਜਿਹੜੀਆਂ ਵੀ ਤਹਿਜ਼ੀਬਾਂ ਹਨ, ਇਹ ਹਜ਼ਾਰਾਂ ਸਾਲ ਇਹਨਾਂ ਦੀ ਉਮਰ ਹੈ। ਇਹ ਕਦੇ ਨਹੀਂ ਕਿ ਕਿਸੇ ਤਹਿਜ਼ੀਬ ਦੀ ਕੋਈ 200 ਸਾਲ ਉਮਰ ਹੈ ਔਰ ਉਸਨੇ ਤਰੱਕੀ ਕਰ ਲਈ ਹੋਵੇ। ਸਾਡੇ ਸਾਹਮਣੇ ਹੈ ਜੋ ਅਸੀਂ ਨਵੀਂ ਤਹਿਜ਼ੀਬ ਬਣਾ ਕੇ ਬੈਠੇ ਹਾਂ ਕਿ ਉਸਨੇ ਕਿਤਨੀ ਤਰੱਕੀ ਕਰ ਲਈ ਹੈ। ਸੋ 2013 ਦੇ ਵਿੱਚ ਇਸ ਲੈਂਗੁਏਜ ਦੀ ਇੰਪੋਰਟੈਂਸ ਕੀ ਹੈ ਕਿਸੇ ਵੀ ਧਰਤੀ ਵਾਸਤੇ, ਲੋਕਾਂ ਵਾਸਤੇ, ਇਹ ਸਮਝ ਆਈ। ਉਦੋਂ ਫਿਰ ਇੱਕ ਪੰਜਾਬੀ ਪ੍ਰਚਾਰ ਤਨਜ਼ੀਮ ਅਸੀਂ ਬਣਾਈ, ਜਿਸ ਦੇ ਵਿੱਚ ਉਸ ਵੇਲੇ ਦੇ ਅਗਰ ਤੁਸੀਂ ਕਹੋ ਕਿ ਰਿਟਾਇਰਡ ਪ੍ਰਿੰਸੀਪਲ ਲੈਵਲ ਦੇ ਲੋਕ ਵੀ ਸਨ, ਉਸ ਦੇ ਵਿੱਚ ਯੂਨੀਵਰਸਿਟੀਜ਼ ਦੇ ਬੱਚੇ ਵੀ ਸਨ, ਆਮ ਲੋਕ ਵੀ ਸਨ ਜਿਹੜੇ ਇਨਸਾਨੀ ਹੱਕਾਂ ਦੀ ਗੱਲ ਕਰਦੇ ਨੇ। ਔਰ ਉਸ ਤਨਜ਼ੀਮ ਰਾਹੀਂ ਫਿਰ ਅਸੀਂ ਸਭ ਤੋਂ ਪਹਿਲੇ ਤਾਂ ਇਹ ਕਿਹਾ ਕਿ ਲੋਕਾਂ ਨੂੰ ਥੋੜ੍ਹੀ ਅਵੇਅਰ ਕਰੋ ਕਿ ਤੁਹਾਡੀ ਲੈਂਗੁਏਜ ਦਾ ਮਸਲਾ ਕੀ ਹੈ। ਫਿਰ ਪੰਜਾਬ ਦੇ ਅੰਦਰ ਕੋਈ ਅਸੀਂ 2000 ਦੇ ਕਰੀਬ ਰਿਕਸ਼ਾ ਪੂਰਾ ਬ੍ਰਾਂਡ ਕਰਵਾਇਆ, ਉਹਦੇ ਅੰਦਰ ਅਸੀਂ ਮੈਸੇਜ ਦਿੱਤਾ ਕਿ ਲੈਂਗੁਏਜ ਦੀ ਕੀ ਇੰਪੋਰਟੈਂਸ ਹੈ ਔਰ ਪੰਜਾਬ ਦਾ ਦੁਖਾਂਤ ਇਸ ਵੇਲੇ ਕੀ ਹੈ। ਉਸ ਤੋਂ ਬਾਅਦ ਫਿਰ ਜਦੋਂ ਇਹ ਦੇਖਿਆ ਕਿ ਅੱਛਾ ਹੁਣ ਥੋੜ੍ਹੀ ਬਹੁਤ ਆਪਣੇ ਹਿੱਸੇ ਦਾ ਇਹ ਕੰਮ ਤੇ ਹੋ ਗਿਆ, ਸੋ ਪਬਲਿਕ ਨੂੰ ਕਿਤੇ ਇਕੱਠਾ ਕਰੀਏ। ਔਰ ਇਹ ਮਸਲਾ ਪੋਲੀਟੀਕਲੀ ਮਸਲਾ ਹੈ, ਲੋਕਾਂ ਨੂੰ ਇੱਥੇ ਸਿਆਸਤਦਾਨਾਂ ਦੇ ਨਾਲ ਉਹਨਾਂ ਦਾ ਡਾਇਲਾਗ ਕਰਾਇਆ ਜਾਵੇ। ਫਿਰ ਅਸੀਂ ਮੁਖਤਲਿਫ ਕਾਨਫਰੰਸਿਸ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ, ਸੈਮੀਨਾਰ ਕਰਵਾਉਣੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਜਦੋਂ ਇਹ ਲੱਗਾ ਕਿ ਚਲੋ ਹੁਣ ਇੰਟਰੈਕਸ਼ਨ ਤੇ ਹੋ ਗਿਆ, ਹੁਣ ਡਾਇਰੈਕਟ ਅਸੀਂ ਇਸ ਤੇ ਆਉਂਦੇ ਹਾਂ ਕਿ ਇਹ ਪੰਜਾਬੀ ਜਿਹੜੀ ਇੱਥੇ ਨਹੀਂ ਪੜ੍ਹਾਈ ਜਾ ਰਹੀ, ਜਿਹੜੇ ਸਾਰੇ ਸਵਾਲਾਂ ਨੂੰ ਜਨਮ ਦਿੰਦੀ ਹੈ, ਜਿਹੜੀ ਸਾਰੇ ਵਿਗਾੜ ਦੀ ਜੜ ਹੈ, ਉਹ ਤਾਂ ਇਹ ਹੈ ਕਿ ਤੁਹਾਡੀ ਜ਼ਬਾਨ ਨਹੀਂ ਪੜ੍ਹਾਈ ਜਾ ਰਹੀ। ਤੁਹਾਡਾ ਬੱਚਾ ਤਾਂ ਦੂਸਰੀਆਂ ਲੈਂਗੁਏਜਸ 'ਤੇ ਜਾਂਦਾ ਹੈ, ਉਹਨੂੰ ਪੂਰੀ ਦੁਨੀਆ ਦਾ ਨਾਲੇਜ ਤਾਂ ਤੁਸੀਂ ਉਹਨੂੰ ਦੇ ਦਿੰਦੇ ਹੋ, ਲੇਕਿਨ ਜਿਸ ਧਰਤੀ ਜੰਮਾ ਜਾਇਆ ਹੈ ਉਸ ਧਰਤੀ ਦਾ ਨਾਲੇਜ ਉਹਦੇ ਕੋਲ ਹੁੰਦਾ ਹੀ ਨਹੀਂ, ਔਰ ਇਹ ਸਾਰਾ ਕੁਝ ਜ਼ਬਾਨ ਨਾ ਪੜ੍ਹਾਉਣ ਦੀ ਵਜ੍ਹਾ ਤੋਂ ਹੈ। ਹਾਂਜੀ। ਫਿਰ ਰੈਲੀਜ਼ ਦਾ ਫਿਰ ਸਾਰਾ ਉਹ ਸਿਲਸਿਲਾ ਸ਼ੁਰੂ ਕੀਤਾ। ਔਰ ਅੱਜ ਰੱਬ ਦਾ ਸ਼ੁਕਰ ਹੈ ਕਿ ਪੰਜਾਬ ਦੇ ਅੰਦਰ ਕੋਈ ਪੰਜਾਬੀਅਤ ਦੀ ਜੜ ਦੁਬਾਰਾ ਤੋਂ ਪਕੜੀ ਇਨਸਾਨ ਨਜ਼ਰ ਆ ਰਹੀ ਹੈ। ਤੁਹਾਡੇ ਜਿਹੇ ਲੋਕ ਅੱਜ ਪੰਜਾਬੀ ਦੇ ਵਿੱਚ ਪ੍ਰੋਗਰਾਮ ਕਰ ਰਹੇ ਹਨ ਅਤੇ ਇਹ ਵੇਖ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਹਾਂਜੀ, ਪੰਜਾਬੀ ਦੇ ਵਿੱਚ ਪ੍ਰੋਗਰਾਮ, ਮੈਂ ਇੱਥੇ ਇੱਕ ਗੱਲ ਕਹਿਣਾ ਚਾਹਾਂਗਾ ਕਿ ਸਾਡੇ ਵਿੱਚ ਕੁਛ ਕੁ ਇੰਜ ਦੇ ਬੰਦੇ ਨੇ ਜਿਹੜੇ ਮਾਡਰਨ ਬਣਨ ਦੇ ਚਾਵਾਂ 'ਚ ਆਪਣਾ ਆਪ ਵੀ ਛੱਡੀ ਜਾ ਰਹੇ ਨੇ ਤੇ ਉਹ ਵੀ ਨਹੀਂ ਫੜਿਆ ਜਾ ਰਿਹਾ ਜੋ ਬਣਨਾ ਚਾਹ ਰਹੇ ਨੇ। ਪੰਜਾਬੀ 'ਚ ਕਹਾਵਤ ਹੈ ਕਿ ਮਾਂ ਮਰ ਗਈ ਪੋਹ ਦੇ ਪਾਲੇ ਤੇ ਧੀ ਦਾ ਨਾਂ ਰਜ਼ਾਈ। ਵਾਹ 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 ਵਾਹ। ਉਹ ਆਪਣਾ ਆਪ ਵੀ ਭੁੱਲੀ ਜਾਂਦੇ ਨੇ ਤੇ ਜੋ ਕਰਨਾ ਚਾਹ ਰਹੇ ਨੇ ਉਹ ਵੀ ਨਹੀਂ ਹੋ ਰਿਹਾ। ਬਿਹਤਰ ਇਹ ਨਹੀਂ ਕਿ ਆਪਣੇ ਪੰਜਾਬੀ ਜ਼ੁਬਾਨ 'ਚ ਰਹਿ ਕੇ, ਜਿਵੇਂ ਤੁਸੀਂ ਦੇਖਿਆ ਹੋਣਾ ਕਿ ਇੱਥੇ ਲੋਕ ਬੱਚਾ ਸਕੂਲੇ ਦਾਖਲ ਕਰਾਉਣ ਜਾਂਦੇ ਨੇ, ਹੁੰਦੇ ਪੰਜਾਬੀ ਨੇ, ਜਾ ਕੇ ਉੱਥੇ ਮੈਡਮ ਨਾਲ ਉਰਦੂ ਬੋਲਣ ਲੱਗ ਪੈਣਗੇ ਰੰਗ ਬਿਰੰਗੀ, ਤੇ ਉਹ ਫਿਰ ਮੈਡਮਾਂ ਸੁਣ ਹੱਸੀ ਜਾਂਦੀਆਂ, ਨਾ ਉਹ ਚੱਜ ਨਾਲ ਉਰਦੂ ਬੋਲਦੇ ਨਾ ਪੰਜਾਬੀ। ਅਕਸਰ ਵੀਡੀਓਜ਼ ਵੀ ਵਾਇਰਲ ਹੁੰਦੀਆਂ। ਬਿਹਤਰ ਇਹ ਹੀ ਹੈ ਕਿ ਉੱਥੇ ਪੰਜਾਬੀ ਬੋਲੇ, ਆਪਣੀ ਬਿਸਤੀ ਤੇ ਨਾ ਕਰਾਏ, ਕੋਈ ਹੱਸੇ ਤੇ ਨਾ, ਉਹਨੂੰ ਫਖਰ ਮਹਿਸੂਸ ਹੈ ਚੱਲ ਯਾਰ ਜੇ ਇਹਨੂੰ ਨਹੀਂ ਆਂਦੀ ਆਪਣੀ ਜ਼ਬਾਨ ਤੇ ਆਂਦੀ ਉਹ ਤੇ ਬੋਲਦਾ। ਬਿਲਕੁਲ। ਤੇ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਾਂ, ਜੇ ਤੁਸੀਂ ਨਾਰਾਜ਼ ਨਾ ਹੋ। ਨਹੀਂ ਪੁੱਛ ਲਓ। ਕੰਗੀ ਨੂੰ ਛੁੱਟੀ ਦਿੱਤਿਆਂ ਕਿੰਨੀ ਕੁ ਦੇਰ ਹੋ ਗਈ ਹੈ? ਇਹਨੂੰ ਕੋਈ ਹੋ ਗਿਆ ਜੀ 7-8 ਸਾਲ। ਹੁਣ ਟਾਕੀ ਸ਼ਾਕੀ ਮਾਰਦੇ ਤੇ ਖਾਲੀ ਟਾਕੀ ਨਾਲ ਹੀ ਕੰਮ, ਗਿੱਲੀ ਟਾਕੀ ਨਾਲ ਵੀ ਕੰਮ ਚੱਲ ਜਾਂਦਾ। ਅੱਛਾ ਭਾਈ ਜਾਨ, ਮਾਸ਼ਾਅੱਲਾ ਤੁਸੀਂ ਆਪਣੇ ਨਾਮ ਦੇ ਨਾਲ ਅੱਗੇ ਪੰਜਾਬੀ ਲਿਖਿਆ, ਅਹਿਮਦ ਰਜ਼ਾ ਪੰਜਾਬੀ ਜੀ, ਤੇ ਇਹਦੇ ਬਾਰੇ ਦੱਸੋਗੇ? ਲੋਕ ਜਦੋਂ ਨਾਮ ਸੁਣਦੇ ਨੇ ਜਾਂ ਪੜ੍ਹਦੇ ਨੇ ਕਿਤੇ ਲਿਖਿਆ ਕੁਝ ਕਹਿੰਦੇ ਨਹੀਂ, ਕੀ ਗੱਲਬਾਤ ਕਰਦੇ? ਨਹੀਂ, ਲੋਕ ਕੁਝ ਹੱਸਦੇ ਵੀ ਆ ਤੇ ਕੁਝ ਤਨਕੀਦ ਵੀ ਕਰਦੇ ਆ, ਲੇਕਿਨ ਇਹਦਾ ਜਿਹੜਾ ਮਕਸਦ ਇਸ ਦੇ ਪਿੱਛੇ ਉਹ ਹੈ ਕਿ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਤੁਸੀਂ ਚੀਜ਼ਾਂ ਆਪ ਫੈਲਾਉਣੀਆਂ, ਜਿਹੜੇ ਤੁਹਾਡੇ ਇਸ਼ੂਜ਼ ਹਨ, ਜਿਹੜੇ ਡਿਪਰਾਈਵ ਕੀਤੀ ਗਈ ਸੁਸਾਇਟੀ ਪੰਜਾਬੀ ਤੋਂ, ਉਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਮੁਖਤਲਿਫ ਪੋਰਸ਼ਨਸ ਦੇ ਰਾਹੀਂ ਤੁਸੀਂ ਦੁਬਾਰਾ ਤੋਂ ਲੋਕਾਂ ਨੂੰ ਜੋੜ ਸਕਦੇ ਹੋ। ਦੇਖੋ, ਫੇਸਬੁੱਕ ਤੇ ਮੇਰੇ 5000 ਫਰੈਂਡ ਹਨ, ਮਾਸ਼ਾਅੱਲਾ। YouTube ਤੇ ਮੇਰੇ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਸਬਸਕ੍ਰਾਈਬਰ ਹਨ। ਹੁਣ ਜਦੋਂ ਮੈਂ ਉਹਦੇ ਤੇ ਆਪਣਾ ਇੰਟਰੋ ਦੇ ਰਹੀ ਹੋਵਾਂਗਾ ਕਿ ਮੈਂ ਹਾਂ ਅਹਿਮਦ ਰਜ਼ਾ ਪੰਜਾਬੀ, ਤੇ ਕਮ ਅਜ਼ ਕਮ ਕਿਸੇ ਤੱਕ ਇਹ ਮੈਸੇਜ ਤੇ ਜਾਏਗਾ ਕਿ ਪੰਜਾਬੀ ਕੋਈ ਚੀਜ਼ ਹੈ, ਪੰਜਾਬੀ ਅਫਰਾਦ ਦਾ ਨਾਮ ਹੁੰਦਾ ਹੈ, ਪੰਜਾਬੀ ਕੌਮ ਦਾ ਨਾਮ ਹੈ। ਔਰ ਜਦੋਂ ਅਸੀਂ ਪੰਜਾਬੀ ਦਾ ਕੰਮ ਕਰਾਂਗੇ, ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬੀ ਨੂੰ ਮਾਨਤਾ ਮਿਲੇ, ਇੱਜ਼ਤ ਮਿਲੇ, ਤੇ ਫਿਰ ਅਗਰ ਅਸੀਂ ਇਹ ਨਾਵਾਂ ਦੇ ਨਾਲ ਅਸੀਂ ਜੱਟ, ਸ਼ੇਖ, ਅਵਾਨ, ਮਲਕ, ਵੱਟੂ, ਜੋਈਏ, ਅਸੀਂ ਨਾਵਾਂ ਦੇ ਨਾਲ ਪੰਜਾਬੀ ਦੀ ਸਬ ਕਾਸਟ ਅਸੀਂ ਲਾਈ ਖੜੇ ਹਾਂ, ਤੇ ਫਿਰ ਤੁਸੀਂ ਥੋੜ੍ਹਾ ਜਿਹਾ ਉੱਪਰ ਜਾ ਕੇ ਆਪਣੀ ਕੌਮੀਅਤ ਦਾ ਕਿਉਂ ਨਾ ਸੋਚੋ, ਕੌਮ ਦਾ ਸੋਚੋ। ਸੋ ਉਹਦੇ ਪਿੱਛੇ ਇਹ ਮੇਰੇ ਜ਼ਿਹਨ ਦੇ ਵਿੱਚ ਸੀ ਕਿ ਮੈਂ ਪੰਜਾਬੀ ਲਿਖਾਂ ਬਜਾਏ ਕਿ ਮੈਂ ਵੱਟੂ ਲਿਖਾਂ, ਖਾਨ ਲਿਖਾਂ, ਫਲਾਂ ਲਿਖਾਂ, ਇਹ ਹੈ। ਤੇ ਇਸ ਦੇ ਨਾਲ ਇਹ ਹੋ ਰਹੀ ਆ ਵਾ ਕਿ ਦੇਖਾ ਦੇਖੀ ਬਹੁਤ ਸਾਰੇ ਲੋਕਾਂ ਨੇ ਇਸ ਨਾਮ ਨੂੰ ਅਡਾਪਟ ਕਰਨਾ ਸ਼ੁਰੂ ਕੀਤਾ ਹੈ। ਹੁਣ ਦਰਜਨਾਂ ਲੋਕ ਹਨ ਜਿਹੜੇ ਆਪਣੇ ਨਾਮ ਦੇ ਨਾਲ ਪੰਜਾਬੀ ਲਿਖਦੇ ਨੇ, ਔਰ ਇਹ ਕੋਈ ਐਬ ਨਹੀਂ ਹੈ, ਲਿਖਣਾ ਚਾਹੀਦਾ ਹੈ। ਅਗਰ ਤੁਸੀਂ ਪੰਜਾਬੀ ਹੋ ਤਾਂ ਪੰਜਾਬੀ ਲਿਖੋ। ਅੱਛਾ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਮਾਸ਼ਾਅੱਲਾ ਪੰਜਾਬੀ ਦਾ ਲੈਕਚਰ ਦੇ ਰਹੇ ਹੋ
ਤੇ ਕਿਤੇ ਇੰਜ ਤੇ ਨਹੀਂ ਆਪੀ ਤੁਸੀਂ ਪੰਜਾਬੀ ਕਰੀ ਜਾਂਦੇ ਹੋ ਤੇ ਬੱਚੇ ਇੰਗਲਿਸ਼ ਮੀਡੀਅਮ ਸਕੂਲ ਪਾਏ ਨੇ ਤੇ ਘਰ ਉਰਦੂ ਬੋਲੀ ਜਾ ਰਹੀ ਹੈ? ਨਹੀਂ, ਦੇਖੋ ਮੈਂ ਤੇ ਕਿਸਾਨ ਘਰ ਤੋਂ ਹਾਂ। ਸਾਡੇ ਕਿਸਾਨਾਂ ਦੇ ਘਰਾਂ ਦਾ ਤੇ ਮਸਲਾ ਹੀ ਨਹੀਂ ਹੁੰਦਾ ਲੈਂਗੁਏਜ ਵਾਲਾ, ਉੱਥੇ ਤੇ ਪੰਜਾਬੀ ਹੈ। ਮੇਰੇ ਤੇ ਪੂਰੀ ਜਿਹੜੀ ਨਸਲ ਹੈ, ਭਤੀਜੇ ਬਾਣਜੀਆਂ ਘਰ ਵਾਲੇ ਸਾਰਾ ਕੁਝ, ਸਾਨੂੰ ਤੇ ਦੂਸਰੀ ਲੈਂਗੁਏਜ ਅਸੀਂ ਤੇ ਆਪਣੇ ਘਰ ਵੜਨ ਹੀ ਨਹੀਂ ਦਿੱਤੀ। ਹਾਂ, ਮੇਰੇ ਰਿਲੇਟਿਵ ਸਾਰੇ, ਮੇਰੇ ਬਾਂਝੇ ਭਤੀਜੇ ਸਭ ਕੁਝ ਅੱਛੀ ਇੰਗਲਿਸ਼ ਬੋਲਦਾ, ਅੱਛੀ ਪੰਜਾਬੀ ਬੋਲਦਾ, ਔਰ ਉਰਦੂ ਨਾਲ ਦੁਸ਼ਮਣੀ ਨਹੀਂ ਹੈ, ਲੇਕਿਨ ਉਰਦੂ ਦਾ ਜਿੰਨਾ ਹਿੱਸਾ ਬਣਦਾ ਹੈ ਉਹ ਬੋਲਦੇ ਹਾਂ। ਤੁਹਾਡੀ ਬੇਸਿਕ ਜਿਹੜੀ ਆਪਣੀ ਲੈਂਗੁਏਜ ਹੈ, ਤੁਸੀਂ ਉਸ ਦੇ ਵਿੱਚ ਕਿਉਂ ਨਹੀਂ ਫਖਰ ਮਹਿਸੂਸ ਕਰਦੇ ਉਸ ਦੇ ਵਿੱਚ ਬੋਲਣ ਦੇ ਵਿੱਚ? ਸੋ ਇਹ ਸਾਡੇ ਘਰਾਂ ਦੇ ਵਿੱਚ ਇਸ਼ੂ ਨਹੀਂ ਹੈ। ਔਰ ਇੱਕ ਜਸਟ ਇੱਕ ਪ੍ਰੋਪੇਗੈਂਡਾ ਵੀ ਹੁੰਦਾ ਹੈ, ਕਿਸੇ ਵੀ ਜਦੋਂ ਕੋਈ ਤਹਿਰੀਕ ਚੱਲ ਰਹੀ ਹੁੰਦੀ ਹੈ ਨਾ, ਤੇ ਇਸ ਤਰੀਕੇ ਦੀ ਥਿਊਰੀਜ਼ ਉਹ ਮਾਰਕੀਟ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ, ਜਿਵੇਂ ਪੋਟਲੀਆਂ ਜ਼ਹਿਰ ਦੀਆਂ ਨਹੀਂ ਸੁੱਟੀਆਂ ਜਾਂਦੀਆਂ, ਜਾਂ ਜਹਾਜ਼ਾਂ ਤੋਂ ਪਹਿਲੇ ਵੇਲੇ ਸਿਆਸਤਦਾਨ ਜਦੋਂ ਬੇਨਜ਼ੀਰ ਦੀ ਕਿਰਦਾਰਕਸ਼ੀ ਕਰਨੀ ਹੁੰਦੀ ਸੀ ਤਾਂ ਉੱਪਰੋਂ ਕੁਛ ਨਾ ਕੁਛ ਚੀਜ਼ਾਂ ਸੁੱਟੀਆਂ ਜਾਂਦੀਆਂ ਸੀ ਪਬਲਿਕ ਦੇ ਵਿੱਚ ਜਾਣ। ਪੰਜਾਬੀ ਮੂਵਮੈਂਟ ਦੇ ਨਾਲ ਜੁੜੇ ਲੋਕਾਂ ਦੇ ਬਾਰੇ ਐਸੇ ਕੁਐਸਚਨ ਅੱਗੇ ਆਉਣਗੇ, ਲੇਕਿਨ ਉਹਦੇ ਵਿੱਚ ਇਹ ਹੈ ਕਿ ਜਿਤਨੇ ਵੀ ਲੋਕ ਹਨ, ਪਹਿਲੇ ਤਾਂ ਖੁਦ ਉਹਨਾਂ ਨੂੰ ਕਲੈਰਿਟੀ ਹੋਈ ਹੈ ਤਾਂ ਪੰਜਾਬੀ ਵੱਲ ਆਏ ਨਾ। ਪੰਜਾਬੀ ਦੇ ਵਿੱਚ ਕਿਹੜੀ ਕੋਈ ਇੱਥੇ ਕੋਈ ਤੁਹਾਡੇ ਕਹਿ ਲਓ ਕਿ ਕੋਈ ਮਟੀਰੀਅਲ ਜਿਹੜੇ ਆ ਬੈਨੀਫਿਟਸ ਜੁੜੇ ਹੋਏ ਆ, ਪੰਜਾਬੀ ਦੀ ਤਾਂ ਕਿਤੇ ਢੋਈ ਵੀ ਨਹੀਂ ਹੈ ਨਾ। ਪੰਜਾਬੀ ਦੇ ਨਾਲ ਤੇ ਤੁਸੀਂ ਆਪਣੇ ਪੱਲਿਓਂ ਲਾਣਾ ਹੈ, ਤੁਸੀਂ ਆਪਣਾ ਟਾਈਮ ਦੇਣਾ, ਤੁਸੀਂ ਸਾਰਾ ਕੁਝ ਕਰਨਾ ਹੈ, ਲੋਕਾਂ ਨੂੰ ਜਗਾਉਣਾ ਹੈ। ਸੋ ਪੰਜਾਬੀ ਦਾ ਜੋ ਬਹੁਤ ਵੇਲਾ ਦੂਰ ਹੈ, ਜਿਹੜੇ ਪੰਜਾਬੀ ਦੇ ਅੰਦਰ ਮੁਨਾਫਿਕ ਤਬਕਾ ਪੈਦਾ ਹੋਏਗਾ, ਉਹ ਨੈਕਸਟ ਫੇਜ਼ ਦੇ ਵਿੱਚ ਪੈਦਾ ਹੋਏਗਾ। ਜਦੋਂ ਆਮ ਬੰਦਾ ਪੰਜਾਬ ਦਾ ਪੰਜਾਬੀ ਬਣੇਗਾ, ਫਿਰ ਉਹਦੇ ਨਾਮ ਤੇ ਲੋਕ ਸਿਆਸਤਾਂ ਕਰਨਗੇ, ਉਹਨਾਂ ਦੇ ਨਾਮ ਤੇ ਲੋਕ ਫੈਸਟੀਵਿਟੀਜ਼ ਕਰਨਗੇ, ਸਾਰਾ ਕੁਝ ਕਰਨਗੇ ਉਹਨਾਂ ਨੂੰ ਕੈਸ਼ ਕਰਨ ਲਈ। ਸੋ ਉਹ ਅਜੇ ਬਹੁਤ ਦੂਰ ਹੈ। ਇਸ ਲਈ ਅਜੇ ਤੁਹਾਨੂੰ ਜਿਹੜਾ ਪੰਜਾਬੀ ਨਜ਼ਰ ਆਏਗਾ ਉਹ ਦਿਲੀ ਤੌਰ ਤੇ ਅੰਦਰੋਂ ਬਾਹਰ ਇੱਕ ਤਰ੍ਹਾਂ ਦਾ ਪੰਜਾਬੀ ਹੋਏਗਾ। ਮੈਂ ਸ਼ੁਰੂ ਕਰਦਾ ਸੀ ਨਾ, ਮੈਂ 2000 ਤਕਰੀਬਨ 20 ਦੇ ਸਟਾਰਟਿੰਗ 'ਚ, 2021 ਹੋਣ ਲੱਗਾ, 2020 ਦੇ ਸਟਾਰਟਿੰਗ 'ਚ 2 ਸਾਲ ਹੋ ਚੱਲੇ ਮੈਨੂੰ, ਦਸੰਬਰ ਜਾ ਰਿਹਾ ਨਾ, ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ। ਲੋਕ ਮੈਨੂੰ ਇਹ ਕਹਿੰਦੇ ਸੀ ਇਹ ਫੇਕ ਹੈ, ਪੰਜਾਬੀ ਸਿੱਖ ਕੇ ਆਇਆ। ਮੈਨੂੰ ਇੱਕ ਗੱਲ ਦੱਸੋ, ਜਿਹੜੀ ਸਿੱਖੀ ਚੀਜ਼ ਹੁੰਦੀ ਹੈ ਕਿੰਨੀ ਕੁ ਦੇਰ ਚੱਲੇਗੀ ਜਦੋਂ ਬੰਦੇ ਦੇ ਖੂਨ 'ਚ ਨਾ ਹੋਵੇ, ਬੋਲ ਨਹੀਂ ਸਕਦਾ। ਅਸੀਂ ਲੋਕ ਪੰਜਾਬੀ, ਜਦੋਂ ਮੈਂ ਬੋਲਦਾ ਮੈਨੂੰ ਇੰਨੇ ਕੁ ਕਮੈਂਟ ਆਉਂਦੇ ਸੀ ਬੰਦੇ ਕਿ ਭਾਈ ਤੁਹਾਡੀ ਪੰਜਾਬੀ ਬਹੁਤ ਵਧੀਆ, ਤੁਸੀਂ ਬਹੁਤ ਵਧੀਆ ਬੋਲਦੇ ਹੋ, ਬਹੁਤ ਚੰਗੀ ਲੱਗਦੀ ਹੈ। ਸਾਨੂੰ ਪੰਜਾਬੀ ਚੰਗੀ ਤਾਂ ਲੱਗਦੀ ਹੈ ਪਰ ਅਸੀਂ ਬੋਲਣਾ ਨਹੀਂ ਚਾਹੁੰਦੇ, ਕਿਉਂਕਿ ਸਾਡੀ ਫਰੈਂਡਾਂ 'ਚ ਬੇਇੱਜ਼ਤੀ ਨਾ ਹੋਈ। ਅਸੀਂ ਯੂਨੀਵਰਸਿਟੀ ਜਾਂਦੇ ਆ, ਉੱਥੇ ਲੜਕਿਆਂ ਦਾ ਜਿਵੇਂ ਦਾ ਅੱਜ ਕੱਲ੍ਹ ਮਾਹੌਲ ਹੈ, ਉੱਥੇ ਹੁੰਦੇ ਕਿ ਪਿੰਡ ਦਾ ਮੁੰਡਾ ਕਿਵੇਂ ਗਰੀਬ ਪੰਜਾਬੀ ਬੋਲੇ, ਜਾਂ ਤੇ ਉਹਦਾ ਬੜਾ ਜਿਗਰਾ ਹੋਏਗਾ ਜਿਹੜਾ ਪੰਜਾਬੀ ਬੋਲੇਗਾ, ਆਪਣੇ ਆਪ ਨਾਲ ਜੁਰਤ ਰੱਖਦਾ ਹੋਏਗਾ ਕਿ ਚੰਗਾ ਲੱਗਾ ਜਾਂ ਨਾ ਲੱਗਾ ਮੈਂ ਪੰਜਾਬੀ ਬੋਲਣੀ। ਫਿਰ ਉੱਥੇ ਬੰਦੇ ਆਪਣੇ ਆਪ ਨੂੰ ਕਰਦੇ ਨੇ, ਨਹੀਂ ਯਾਰ ਇੱਥੇ ਉਰਦੂ ਬੋਲ ਲਈਏ, ਘਰ ਵਾਲਿਆਂ ਨੂੰ ਤਾਂ ਪਤਾ ਹੀ, ਘਰ ਜਾ ਕੇ ਮਜਬੂਰੀ ਹੁੰਦੀ ਹੈ। ਹਾਂ, ਮਜਬੂਰੀ ਹੈ। ਅੱਛਾ, ਅਹਿਮਦ ਰਜ਼ਾ ਭਾਈ ਸਾਹਿਬ, ਇੱਕ ਪੰਜਾਬੀ 'ਚ ਮਿਸਾਲ ਹੈ, ਜਿੱਥੇ ਦੀ ਖੋਤੀ ਉੱਥੇ ਹੀ ਆਣ ਖਲੋਤੀ। ਜੀ ਜੀ, ਤੁਸੀਂ ਪਹਿਲੇ ਦੱਸ ਰਹੇ ਸੀ ਕਿ ਮੈਂ ਪਹਿਲੇ ਮੀਡੀਆ 'ਚ ਸੀ, ਹਾਂ, ਤੇ ਫਿਰ ਤੁਸੀਂ ਘੁੰਮ ਘੁਮਾ ਕੇ ਮੀਡੀਆ 'ਚ ਹੀ ਆ ਗਏ ਵਾਪਸ। ਹਾਂ ਹਾਂ, ਮਾਸ਼ਾਅੱਲਾ, ਤੁਹਾਡਾ ਆਪਣਾ ਚੈਨਲ ਹੈ ਪੰਜਾਬੀ ਪ੍ਰਚਾਰ ਟੀਵੀ, ਤੇ ਮੀਡੀਆ ਬਾਰੇ ਤੁਹਾਡਾ ਕੀ ਐਕਸਪੀਰੀਅੰਸ ਹੈ? ਮੈਨੂੰ ਪਤਾ ਸੀ ਵਕਾਰ ਕਿ ਤੂੰ ਕਿਸੇ ਐਸੀ ਬੜੇ ਪੋਲਾਈਟ ਜੀ ਜੁਗਤ ਦੇ ਨਾਲ ਇਸ ਗੱਲ ਤੇ ਆਏਗਾ। ਦੇਖੋ, ਮੀਡੀਆ ਨੂੰ ਅਗਰ ਅਸੀਂ ਡਿਫਾਈਨ ਕਰਨਾ ਹੋਵੇ ਨਾ, ਤੇ ਮੀਡੀਆ 2 ਤਰ੍ਹਾਂ ਦੇ ਹਨ। ਇੱਕ ਉਹ ਹੈ ਜਿਹੜਾ ਕਾਰਪੋਰੇਟ ਮੀਡੀਆ ਹੈ ਜਾਂ ਸਰਕਾਰੀ ਮੀਡੀਆ ਹੈ। ਉਸ ਮੀਡੀਆ ਨੇ ਪਿਛਲੇ 73 ਸਾਲਾਂ ਦੀ ਹਿਸਟਰੀ ਦੇ ਵਿੱਚ ਪਾਕਿਸਤਾਨ ਨੂੰ ਝੂਠ ਤੋਂ ਸਿਵਾ ਕੁਝ ਨਹੀਂ ਦਿੱਤਾ। ਇੱਕ ਮੀਡੀਆ ਹੈ ਤੁਹਾਡਾ ਸੋਸ਼ਲ ਮੀਡੀਆ। ਸੋ ਜਿਹੜਾ ਮੇਰਾ ਪਹਿਲੇ ਮੈਂ ਪਾਰਟ ਸੀ, ਮੈਂ ਉਹ ਕਾਰਪੋਰੇਟ ਮੀਡੀਆ ਦਾ ਮੈਂ ਪਾਰਟ ਸੀ। ਮੈਂ ਜਦੋਂ ਇਹ ਫੀਲਡ ਛੱਡ ਦਿੱਤੀ, ਉਸ ਤੋਂ ਬਾਅਦ 8-10 ਸਾਲ ਬਾਅਦ ਦੁਬਾਰਾ ਘੁੰਮਾ ਕੇ ਇੱਥੇ ਆਇਆ, ਤਾਂ ਉਹਦੀ ਵਜ੍ਹਾ ਹੈ ਕਿ ਅੱਜ ਪਬਲਿਕ ਦਾ ਆਪਣਾ ਮੀਡੀਆ ਆ ਚੁੱਕਾ। ਮੈਂ ਜੋ ਗੱਲ ਕਰਾਂਗਾ, ਮੈਂ 100% ਸੱਚ ਜੋ ਮੈਨੂੰ ਲੱਗੇਗਾ ਮੈਂ ਉਹ ਕਰਾਂਗਾ। ਹੁਣ ਉਹਦੀ ਸੁਸਾਇਟੀ ਦੇ ਵਿੱਚ ਐਕਸੈਪਟੈਂਸ ਕੀ ਹੈ, ਇਹ ਅਗਲਾ ਨੈਕਸਟ ਕੁਐਸਚਨ ਹੈ। ਮਿਸਾਲ ਦੇ ਤੌਰ ਤੇ ਅੱਜ ਤੋਂ 5 ਸਾਲ ਪਹਿਲੇ ਸ਼ਾਇਦ ਮੇਰੀ ਵੀਡੀਓਜ਼ ਨੂੰ ਦੇਖਣ ਵਾਲੇ ਕੋਈ 10-12 ਲੋਕ ਹੁੰਦੇ ਹੋਣਗੇ। ਨੈਕਸਟ ਈਅਰ ਉਸ ਤੋਂ ਕੋਈ 100 ਦੀ ਤਾਦਾਦ ਦੇ ਵਿੱਚ ਹੋ ਗਏ, ਫਿਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹੋ ਗਏ। ਸੋ ਤੁਹਾਡੇ ਅੰਦਰ ਕੁਝ ਸੱਚ ਹੈ, ਔਰ ਮੀਡੀਆ ਰਾਹੀਂ ਤੁਸੀਂ ਆਪਣੀ ਗੱਲ ਕਰ ਸਕਦੇ ਹੋ, ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰ ਸਕਦੇ ਹੋ, ਕਲਾਸ ਸਿਸਟਮ ਤੇ ਕ੍ਰਿਟਿਸਾਈਜ਼ ਕਰ ਸਕਦੇ ਹੋ। ਜਿਹੜੀ ਪੋਲੀਟੀਕਲ ਪਾਰਟੀਜ਼, ਜਿਹੜੀ ਇਸਟੈਬਲਿਸ਼ਮੈਂਟ ਅਵਾਮੀ ਹੱਕਾਂ ਦਾ ਇਸਤਿਹਸਾਲ ਕਰ ਰਹੀ ਹੈ, ਉਹਦੇ ਤੇ ਗੱਲ ਕਰੋ। ਲੈਂਗੁਏਜ ਦਾ ਜਿਹੜਾ ਇਸਤਿਹਸਾਲ ਹੈ, ਤੁਹਾਡੇ ਕਲਚਰ ਦਾ ਇਸਤਿਹਸਾਲ ਹੈ, ਤੁਹਾਡੇ ਕੋਲ ਆਪਣਾ ਮੀਡੀਆ ਹੈ। ਤੁਸੀਂ ਬਹੁਤ ਅੱਛੇ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਸਾਡਾ ਅੱਛਾ ਸੈਟਅਪ ਲੱਗਿਆ ਹੋਇਆ, ਇੰਟਰਵਿਊ ਕਰ ਰਹੇ ਹੋ, ਲੋਕਾਂ ਨੂੰ ਚੰਗਾ ਲੱਗੇਗਾ ਕਿ ਇਹ ਯਾਰ ਬਹੁਤ ਬਿਹਤਰ ਹੈ। ਹੁਣ ਇੱਕ ਸਾਈਡ ਤੇ ਕੋਈ ਬੜਾ ਕਾਰਪੋਰੇਟ ਮੀਡੀਆ, ਇੱਕ ਸਾਈਡ ਤੇ ਤੁਸੀਂ ਬੈਠੇ ਹੋ, ਵਕਾਰ ਬਿੰਡਰ ਬੈਠਾ ਹੈ, ਤੇ ਲੋਕ ਤੁਹਾਨੂੰ ਪ੍ਰੈਫਰ ਕਰਨਗੇ। ਔਰ ਫਿਰ ਦੂਸਰੀ ਇਹ ਹੈ ਕਿ ਤੁਸੀਂ ਉਸ ਸੱਚ ਦਾ ਉਹ ਪਲੜਾ ਤੁਸੀਂ ਉਹ ਭਾਰੀ ਕਰਨਾ ਹੈ, ਉਹਦੇ ਵਿੱਚ ਬਹਿਣਾ ਹੈ, ਆਪਣੀ ਗੱਲ ਕਰਨੀ ਹੈ। ਤੇ ਇਹ ਮੇਰਾ ਮਤਲਬ ਸੀ ਦੁਬਾਰਾ ਤੋਂ ਮੀਡੀਆ ਲਾਉਣ ਦਾ।
ਅੱਛਾ ਭਾਜੀ, ਤੁਸੀਂ ਕਿਸਾਨਾਂ ਬਾਰੇ ਲਿਖਦੇ ਹੋ, ਮੈਨੂੰ ਬਹੁਤ ਵਧੀਆ ਲੱਗਦਾ, ਕਿਉਂਕਿ ਮੇਰਾ ਆਪਣਾ ਕਿਸਾਨ ਫੈਮਿਲੀ ਨਾਲ ਤਲਕ ਹੈ। ਮੈਂ ਇੱਕ ਜੱਟ ਜ਼ਿਮੀਂਦਾਰ ਦਾ ਮੁੰਡਾ। ਸਾਨੂੰ ਪਤਾ ਹੈ ਕਿ ਸਾਡਾ ਗੁਜ਼ਾਰਾ ਕਿਵੇਂ ਹੁੰਦਾ ਹੈ। ਜੀ 6-6 ਮਹੀਨੇ ਮਿਹਨਤ ਕਰਦੇ ਹਾਂ, ਧੁੱਪਾਂ 'ਚ ਸੜਦੇ ਹਾਂ, ਰਾਤ ਨੂੰ ਨਹਿਰਾਂ ਦੀਆਂ ਵਾਰੀਆਂ ਲਾਉਂਦੇ ਹਾਂ, ਪਾਣੀ ਲਾਈਦਾ, ਸੱਪਾਂ ਦੀਆਂ ਸਿਰੀਆਂ ਮਿੱਧ ਕੇ ਦਿਨ ਰਾਤ। ਤੇ 6 ਮਹੀਨੇ ਬਾਅਦ ਸਾਡੀ ਜਿਹੜੀ ਆਮਦਨ ਹੈ ਆਉਂਦੀ ਹੈ, ਜਿਹਦੇ ਤੇ ਸਾਡਾ ਸਾਰਾ ਗੁਜ਼ਾਰਾ ਹੁੰਦਾ। ਅਸੀਂ ਬੜੀਆਂ ਉਮੀਦਾਂ ਲਾਈਆਂ ਹੁੰਦੀਆਂ, ਆਸਾਂ ਲਾਈਆਂ ਹੁੰਦੀਆਂ, ਐਤਕੀ ਮੂੰਜੀ ਵੱਢੀ ਜਾਏ ਤੇ ਨਵਾਂ ਟਰੈਕਟਰ ਲੈਣਾ, ਨਵੀਂ ਗੱਡੀ ਲੈਣੀ, ਐਤਕੀ ਕਣਕ ਵੱਢੀ ਜਾਏ, ਮੁੰਡੇ ਦਾ ਵਿਆਹ ਕਰਨਾ, ਕੁੜੀ ਦਾ ਵਿਆਹ ਕਰ ਦੇਣਾ। ਤੇ ਜਦੋਂ ਸਭ ਕੁਝ ਹੋ ਜਾਂਦਾ, ਕਣਕ ਮੂੰਜੀ ਆ ਜਾਂਦੀ, ਤੇ ਮਰ ਮਰਾ ਕੇ ਆੜਤੀਆਂ ਦੇ ਕਰਜ਼ੇ ਹੀ ਲੈਂਦੇ ਨੇ, ਬਚਦਾ ਕੁਛ ਨਹੀਂ। ਆੜਤੀਆਂ ਦੇ ਕਰਜ਼ੇ ਲੈਂਦੇ ਨੇ ਤੇ ਅੱਗੋਂ ਬਿਜਾਈ ਵਾਸਤੇ ਫਿਰ ਆੜਤੀ ਕੋਲ ਚੁੱਕ ਕੇ ਲੈਂਦਾ। ਆਸਾਂ ਉਮੀਦਾਂ ਹੀ ਹੁੰਦੀਆਂ। ਤੁਸੀਂ ਕਿਸਾਨਾਂ ਬਾਰੇ ਲਿਖਦੇ ਹੋ, ਜ਼ਰਾ ਸਾਨੂੰ ਉਹਨਾਂ ਬਾਰੇ ਕਰੋ। ਬੇਟਰ ਸਾਹਿਬ ਦੇਖੋ, ਕਿਸਾਨ ਜਿਹੜਾ ਹੈ ਨਾ, ਉਹ ਰੀੜ੍ਹ ਦੀ ਹੱਡੀ ਹੈ ਕਿਸੇ ਵੀ ਐਗਰੇਰੀਅਨ ਸੁਸਾਇਟੀ ਵਾਸਤੇ। ਹੁਣ ਕਿਸਾਨ ਨੂੰ ਅਸੀਂ ਦੋ ਅਲੱਗ-ਅਲੱਗ ਫੇਜ਼ਸ ਵਿੱਚ ਵੇਖਣਾ ਪਵੇਗਾ। ਇੱਕ ਤਾਂ ਜਾਗੀਰਦਾਰ, ਇੱਕ ਹੈ ਆਮ ਕਿਸਾਨ। ਆਮ ਕਿਸਾਨ ਤੇ ਖੜਾ ਹੈ ਤੁਹਾਡੇ ਮਜ਼ਦੂਰ ਦੇ ਲੈਵਲ ਤੇ, ਮਤਲਬ ਜਿਹੜਾ ਕੋਈ 5-7 ਕਿੱਲੇ 8-10 ਕਿੱਲੇ ਵਾਲਾ, ਮੁਰੱਬੇ ਤੋਂ ਥੱਲੇ ਵਾਲਾ ਹੈ ਜ਼ਿਮੀਂਦਾਰ। ਉਹ ਬੰਦਾ ਜੋ ਪ੍ਰੋਡਿਊਸ ਕਰ ਰਿਹਾ ਹੈ, ਜੋ ਸੁਸਾਇਟੀ ਦੇ ਵਿੱਚ ਉਹ ਆਪਣੀ ਕੰਟਰੀਬਿਊਟ ਦੇ ਰਹੀ ਹੈ। ਦੇਖੋ ਪਾਕਿਸਤਾਨ ਕੋਲ ਕੀ ਹੈ? ਪਾਕਿਸਤਾਨ ਕੋਲ ਹੋਰ ਤਾਂ ਕੁਛ ਨਹੀਂ। IT ਦੇ ਵਿੱਚ ਅਗਰ ਅਸੀਂ ਇੰਡੀਆ ਦੀ ਮਿਸਾਲ ਲਵੀਏ ਤਾਂ ਇੰਡੀਆ ਬਹੁਤ ਅੱਗੇ ਚਲਾ ਗਿਆ, ਪਾਕਿਸਤਾਨ ਤੇ ਪਿੱਛੇ ਰਹਿ ਗਿਆ। ਪਾਕਿਸਤਾਨ ਦੇ ਕੋਲ ਕੀ ਐਸਾ ਪ੍ਰੋਡਿਊਸ ਕਰ ਰਹੀ, ਹੁਣ ਸਾਨੂੰ ਦੇਖਣਾ ਇਹ ਹੋਏਗਾ। ਔਰ ਦੂਸਰੇ ਕਿ ਇਹ ਜ਼ਮੀਨ ਕਿਸ ਤਰ੍ਹਾਂ ਦੀ ਹੈ, ਇੱਥੇ ਸਭ ਕੁਝ ਹੋ ਕੇ ਸਕਦਾ ਹੈ। ਮੋਸਟ ਫਰਟਾਈਲ ਲੈਂਡ ਜਿਹੜੀਆਂ ਦੁਨੀਆ ਦੇ ਵਿੱਚ ਹਨ ਉਹ ਸਾਡੇ ਕੋਲ ਹੈ। ਸੋ ਇੱਥੇ ਸਭ ਤੋਂ ਬਿਹਤਰ ਪੈਦਾਵਾਰ ਲਈ ਜਾ ਸਕਦੀ ਹੈ, ਲੇਕਿਨ ਉਹ ਪੈਦਾਵਾਰ ਦੇ ਅੰਦਰ ਇੱਥੋਂ ਦੀਆਂ ਹਕੂਮਤਾਂ ਦੀ ਕਿਤਨੀ ਕੰਟਰੀਬਿਊਸ਼ਨ ਹੁੰਦੀ ਹੈ ਉਹ ਸਾਨੂੰ ਪਤਾ ਹੈ। ਹੁਣ ਆਮ ਕਿਸਾਨ ਜਿਹੜਾ ਹੈ ਉਹਦਾ ਇਸਤੇਸਾਲ ਕੀ ਹੈ? ਉਹਦੇ 'ਚ ਤੁਹਾਨੂੰ ਦੇਖੋ, ਗੌਰਮੈਂਟ ਦੇ ਅੰਦਰ ਇੱਕ ਤਾਂ ਹੁੰਦੀ ਸਟੈਬਲਿਸ਼ਮੈਂਟ ਦੀ ਗੌਰਮੈਂਟ, ਉਹ ਤਾਂ ਫਿਰ ਵੀ ਵਾਰੇ ਖਾ ਜਾਂਦੀ ਹੈ। ਜਦੋਂ ਗੌਰਮੈਂਟ ਦੇ ਅੰਦਰ ਤੁਸੀਂ ਇਹ ਐਂਗਲ ਇਹਦੇ ਵਿੱਚ ਵੜ ਜਾਂਦਾ ਨਾ, ਕਾਰਪੋਰੇਟ ਦਾ ਐਂਗਲ ਵਿੱਚ ਵੜ ਜਾਂਦਾ ਹੈ, ਤੇ ਦੁਨੀਆ ਦੀ ਸਭ ਤੋਂ ਬਰਬਾਦੀ ਕਾਰਪੋਰੇਟ ਸਿਸਟਮ ਹੀ ਕਰਦਾ ਹੈ। ਉਹ ਚਾਹੇ ਚੜ੍ਹਦਾ ਪੰਜਾਬ ਹੈ ਚਾਹੇ ਲਹਿੰਦਾ ਹੈ। ਇੱਥੇ ਇਸ ਟਾਈਮ ਕਿਸਾਨੀ ਗ੍ਰਿਪ ਦੇ ਵਿੱਚ ਹੈ ਕਾਰਪੋਰੇਟ ਦੇ ਵਿੱਚ। ਹੁਣ ਤੁਸੀਂ DAP ਦੇਖ ਲਓ, ਫੌਜੀ ਫਰਟੀਲਾਈਜ਼ਰ, ਬੇਸ਼ੱਕ ਉਹਦੇ ਪਿੱਛੇ ਜਿਹੜਾ ਵੀ ਗਰੁੱਪ ਬੈਠਾ ਉਹਦੇ ਕਿਹਨੂੰ ਬੈਨੀਫਿਟਸ ਹੋ ਰਹੇ ਨੇ, ਉਹਦੇ ਨਾਲ ਜੁੜ ਕੇ ਐਂਗਰੋ ਤੇ ਸਾਰੇ ਕੀ ਇਹ ਖੇਡਾਂ ਖੇਡ ਰਹੇ ਨੇ ਕਿ ਤੁਹਾਨੂੰ ਇਸ ਟਾਈਮ DAP ਜਿਹੜੀ ਬੇਸਿਕ ਨੀਡ ਹੈ ਕਣਕ ਉਗਾਉਣ ਵਾਸਤੇ, ਉਹ 8000 ਤੋਂ ਉੱਪਰ ਦੀ ਹੋ ਗਈ। ਤੇ 1400 ਰੁਪਏ ਮਨ ਮੂੰਜੀ ਵਿਕੀ ਏ ਤੇ 8000 ਰੁਪਏ ਦਾ ਤੋੜਾ DAP ਦਾ। ਹੁਣ ਕਿਸਾਨ ਨੇ ਕਣਕ ਬੀਜਣੀ ਏ, ਉਹ ਆਪਣੀ ਮੂੰਜੀ ਨੇ ਖਰਚਾ ਨਹੀਂ ਪੂਰਾ ਕੀਤਾ ਤੇ ਅੱਗੋਂ 8000 ਦਾ DAP ਦਾ ਤੋੜਾ ਕਿਵੇਂ ਕਣਕ ਥੱਲੇ ਪਾਵੇ? ਹੁਣ ਅਗਰ ਕਿਸਾਨ ਉਸ ਨੂੰ ਬੈਨੀਫਿਟ ਨਹੀਂ ਹੋ ਰਿਹਾ, ਉਹਦਾ ਖਰਚਾ ਹੀ ਪੂਰਾ ਨਹੀਂ ਹੋ ਰਿਹਾ, ਫਿਰ ਦੂਸਰੇ ਨੰਬਰ ਤੇ ਤੁਸੀਂ ਤੇ ਨਹਿਰਾਂ ਦਾ ਪਾਣੀ ਜਿਹੜਾ ਸੀ ਉਹ ਤਾਂ ਬਰਬਾਦ ਕਰ ਦਿੱਤਾ। ਦਰਿਆ ਤੁਸੀਂ ਆਪਣੇ ਵੇਚ ਦਿੱਤੇ, ਸਿੰਧ ਤਾਸ ਮਾਹਦਾ ਦੇ ਤਹਿਤ 1960 ਦੇ ਵਿੱਚ ਜਿਹੜਾ ਕਰਦੇ ਹੋ। ਤੇ ਪਾਕਿਸਤਾਨ ਕੋਲ ਤਾਂ ਨਾ ਦਰਿਆ ਸਤਲੁਜ ਦਾ ਪਾਣੀ ਹੈ, ਨਾ ਰਾਵੀ ਦਾ ਹੈ, ਨਾ ਬਿਆਸ ਦਾ ਹੈ। ਇਹ 3 ਦਰਿਆ ਵੇਚ ਦਿੱਤੇ ਕਿ ਹੁਣ ਤੁਹਾਡੇ ਕੋਲ ਪਾਣੀ ਹੈ 2 ਦਰਿਆਵਾਂ ਦਾ, ਜੇਹਲਮ ਦਾ ਹੈ ਔਰ ਤੁਹਾਡੇ ਕੋਲ ਚਨਾਬ ਦਾ ਹੈ। ਚਨਾਬ ਦਾ ਪਾਣੀ ਤਕਰੀਬਨ ਪੂਰੇ ਪੰਜਾਬ ਨੂੰ ਸੈਰਾਬ ਕਰ ਰਹੀ ਹੈ। ਪਾਣੀ ਦੀ ਜਿਹੜੀ ਕੁਆਂਟੀਟੀ ਹੈ ਉਹ ਬਿਲਕੁਲ ਘਟ ਗਈ। ਨਹਿਰਾਂ ਤੁਹਾਡੀਆਂ ਅੱਧੇ ਸੁੱਕੀਆਂ ਹਨ, ਅੱਧੀਆਂ ਗਿੱਲੀਆਂ ਹਨ, ਦਰਿਆ 3 ਤੁਹਾਡੇ ਖੁਸ਼ਕ ਹੋ ਗਏ ਬਿਲਕੁਲ, ਉਹ ਤਾਂ ਤੁਹਾਡੇ ਹਨ ਹੀ ਨਹੀਂ। ਹੁਣ ਕਿਸਾਨ ਨੇ ਜ਼ੇਰੇ ਜ਼ਮੀਨ ਪਾਣੀ ਲੈਣਾ ਸੀ, ਜ਼ੇਰੇ ਜ਼ਮੀਨ ਪਾਣੀ ਦੇ ਵਿੱਚ ਕੋਈ ਹਕੂਮਤਾਂ ਦੀ ਪਲੈਨਿੰਗ ਨਹੀਂ ਸੀ। ਕਿਸਾਨ ਨੂੰ ਉਹ ਕਿਸ 'ਤੇ ਲੈਂਦਾ ਹੈ, ਡੀਜ਼ਲ 'ਤੇ ਲਵੇਗਾ ਜਾਂ ਬਿਜਲੀ 'ਤੇ ਲਵੇਗਾ। ਦੋਨੋਂ ਚੀਜ਼ਾਂ ਜਿਤਨੀਆਂ ਮਹਿੰਗੀਆਂ ਹਨ, ਉਸ ਦੇ ਅਗੇਂਸਟ ਜਦੋਂ ਕਿਸਾਨ ਪੂਰਾ ਹਿਸਾਬ ਕਰਦਾ ਹੈ ਤੇ ਉਹ ਬਰਾਬਰਾਂ ਦੇ ਵਿੱਚ ਵੀ ਨਹੀਂ ਆਉਂਦਾ। ਹੁਣ ਆਮ ਬੰਦਾ ਕਿਸਾਨੀ ਛੱਡ ਕੇ ਅਗਰ ਸ਼ਹਿਰਾਂ ਦੇ ਵਿੱਚ ਆ ਜਾਏਗਾ, ਜਿਵੇਂ ਕੋਈ ਸਾਡੇ ਵੀ, ਮੇਰਾ ਵੀ ਬਿਜ਼ਨਸ ਇੱਥੇ ਲਾਹੌਰ ਦੇ ਅੰਦਰ ਵੀ ਹੈ, ਨਾਲ ਕਿਸਾਨੀ ਵੀ ਹੈ। ਅਗਰ ਮੈਂ ਇਹ ਕਹਾਂ ਕਿ ਮੈਂ ਲਾਹੌਰ ਦਾ ਆਪਣਾ ਕੰਮ ਸਾਰਾ ਛੱਡ ਦੇਵਾਂ, ਮੈਂ ਇਕੱਲਾ ਆਪਣਾ ਜ਼ਿਮੀਂਦਾਰੇ 'ਤੇ ਆਪਣਾ ਮੈਂ ਗੁਜ਼ਾਰਾ ਕਰਾਂ, ਤੇ ਮੈਂ ਨਹੀਂ ਕਰ ਸਕਦਾ। ਸੋ ਤੁਸੀਂ ਲੋਕਾਂ ਨੂੰ ਜ਼ਿਮੀਂਦਾਰੇ ਤੋਂ ਅਗਰ ਹਟਾ ਦਿਓਗੇ ਤੇ ਇੱਥੇ ਪ੍ਰੋਡਿਊਸ ਕੁਛ ਨਹੀਂ ਹੋਏਗਾ। ਜਦੋਂ ਤੁਸੀਂ ਦੁਨੀਆ ਨੂੰ ਕੁਛ ਦਿਓਗੇ ਨਹੀਂ ਤੇ ਫਿਰ ਤੁਹਾਡਾ ਇੰਜ ਹੀ ਹੋਏਗਾ, ਡਾਲਰ ਤੁਹਾਡਾ 176 ਰੁਪਏ ਹੋਏਗਾ, ਇਸ ਤੋਂ ਵੀ ਅੱਗੇ ਵਧੇਗਾ। ਸੋ ਕਿਸਾਨੀ ਦੇ ਤੌਰ ਤੇ ਹੀ ਇਹ ਮੁਲਕ ਬਚ ਸਕਦਾ ਹੈ, ਇਹ ਮੁਲਕ ਤਰੱਕੀ ਕਰ ਸਕਦਾ ਹੈ। ਇਸ ਲਈ ਕਿਸਾਨੀ ਤੇ ਜ਼ੋਰ ਦਿੰਦੇ ਹਾਂ ਕਿ ਸਿਰਫ ਚੜ੍ਹਦੇ ਦੀ ਮੂਵਮੈਂਟ ਨੂੰ ਅਸੀਂ ਉਸ ਤੋਂ ਇਨਸਪਾਇਰ ਨਹੀਂ, ਅਸੀਂ ਉਹਨਾਂ ਨੂੰ ਸੈਲੂਟ ਪੇਸ਼ ਕਰਨੇ ਆ। ਮੈਂ ਤਾਂ ਉਹਨਾਂ ਵਾਸਤੇ ਗੀਤ ਵੀ ਤਿਆਰ ਕਰਵਾਏ, ਸਾਰਾ ਕੁਛ ਹੈ ਕਿ ਉਹ ਆਪਣੇ ਹੱਕਾਂ ਵਾਸਤੇ ਐਟਲੀਸਟ ਬੈਠੇ ਤੇ। ਇੱਥੋਂ ਦੇ ਕਿਸਾਨ ਨੂੰ ਅਜੇ ਅਹਿਸਾਸ ਨਹੀਂ ਹੈ ਤੇ ਇੱਥੋਂ ਦੇ ਜਿਤਨਾ ਮਾੜਾ ਉਹਨਾਂ ਦਾ ਹਾਲ ਹੈ, ਉਸ ਤੋਂ 4 ਗੁਣਾ ਜ਼ਿਆਦਾ ਲਹਿੰਦੇ ਪੰਜਾਬ ਦੇ ਕਿਸਾਨ ਦਾ ਹਾਲ ਹੈ। ਤੇ ਇਹ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਉਹ ਤਾਂ ਜਾਗੇ ਹਨ, ਇਹ ਵੀ ਜਾਗ ਜਾਣ। ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਸਿਗਰਟ ਸਾਡੀ ਸਿਹਤ ਵਾਸਤੇ ਜ਼ਰੂਰੀ ਨਹੀਂ, ਪਰ ਸਿਗਰਟ ਨੂੰ ਬਣਾਉਣ ਵਾਲੀ ਕੰਪਨੀ ਕਰੋੜਾਂ ਦੀ ਮਾਲਕ ਹੈ। ਸ਼ਰਾਬ ਸਾਡੇ ਵਾਸਤੇ ਜ਼ਰੂਰੀ ਨਹੀਂ, ਪਰ ਸ਼ਰਾਬ ਨੂੰ ਬਣਾਉਣ ਵਾਲੀ ਕੰਪਨੀ ਕਰੋੜਾਂ ਦੀ ਮਾਲਕ ਹੈ।
ਖਾਣਾ ਕਣਕ ਸਾਡੇ ਵਾਸਤੇ ਜ਼ਰੂਰੀ ਹੈ, ਪਰ ਕਣਕ ਨੂੰ ਉਗਾਉਣ ਵਾਲਾ ਕਿਸਾਨ ਅੱਜ ਵੀ ਗਰੀਬ ਹੈ। ਇਹ ਕਿੱਥੋਂ ਦਾ ਇਨਸਾਫ ਹੈ? ਤੁਸੀਂ ਕੈਚਅਪ ਅੱਧਾ ਕਿਲੋ ਟਮਾਟਰਾਂ ਦੀ ਕੈਚਅਪ 300 ਰੁਪਏ ਕਿਲੋ ਵਿਕ ਰਹੀ ਹੈ। ਇਹ ਮਹਿੰਗਾਈ ਕਿਸੇ ਨੂੰ ਨਹੀਂ ਵਿਖੀ। ਲੇਜ਼ਾਂ ਦਾ ਅੱਧ ਪਾ ਆਲੂ ਦਾ ਭੜਿਆ ਪੈਕਟ 100 ਰੁਪਏ ਦਾ ਵਿਕ ਰਿਹਾ। ਇਹ ਮਹਿੰਗਾਈ ਕਿਸੇ ਨੂੰ ਨਹੀਂ ਵੇਖਦੀ। ਤੇ ਜੇ ਉਹ ਹੀ ਕਣਕ 2200 ਵਿਕਦੀ ਹੈ ਤੇ ਸਾਰਿਆਂ ਨੂੰ ਲੱਗਦਾ ਕਿ ਮਹਿੰਗਾਈ ਹੈ। ਡੀਏਪੀ ਦਾ ਤੋੜਾ ਸਾਨੂੰ 8000 ਦਾ ਮਿਲ ਰਿਹਾ, ਉਹ ਮਹਿੰਗਾਈ ਕਿਸੇ ਨੂੰ ਨਹੀਂ ਵੇਖ ਰਹੀ। ਅੱਛਾ ਅਹਿਮਦ ਭਾਈ, ਆਪਣੇ ਜਿਹੜੇ ਸੂਫੀ ਸ਼ਾਇਰ ਨੇ ਬਾਬਾ ਬੁੱਲੇ ਸ਼ਾਹ, ਪੀਰ ਸੁਲਤਾਨ ਬਾਹੂ, ਪੀਰ ਮੁਹੰਮਦ ਵਾਰਿਸ ਸ਼ਾਹ, ਜੀ ਜੀ, ਇਹ ਬਹੁਤ ਹੀ ਅੱਛੇ ਸ਼ਾਇਰ ਨੇ। ਇਹਨਾਂ ਦੀ ਇੱਕ ਇੱਕ ਗੱਲ ਕਰੋੜਾਂ ਰੁਪਏ ਦੀ ਵੀ ਕੀ ਉਹਨਾਂ ਦਾ ਕੋਈ ਮੁੱਲ ਹੀ ਨਹੀਂ ਦਿੱਤਾ ਜਾ ਸਕਦਾ। ਤੁਸੀਂ ਇਹਦੇ ਵਾਸਤੇ ਕੁਝ ਕੀਤਾ ਹੈ ਕਿ ਉਹਨਾਂ ਦੀਆਂ ਗੱਲਾਂ ਸਾਡੇ ਆਉਣ ਵਾਲੇ ਜਿਹੜੀ ਹੈ ਹੁਣ ਦੇ ਨੌਜਵਾਨ ਜਾਂ ਆਉਣ ਵਾਲੇ ਬੱਚਿਆਂ ਤੱਕ ਪਹੁੰਚ ਸਕਣ? ਵਕਾਰ ਬਿੰਡਰ, ਬੜਾ ਹੀ ਸੋਹਣਾ ਸਵਾਲ। ਜਵਾਬ ਵੀ ਸੋਹਣਾ ਜਿਹਾ ਦੇ ਦਿਓ, ਫਿਰ ਲੋਕ ਇੰਤਜ਼ਾਰ ਕਰ ਰਹੇ ਨੇ। ਦੇਖੋ, ਅਸੀਂ ਆਪਣੇ ਤੌਰ ਤੇ, ਲੇਕਿਨ ਇਸ ਤੋਂ ਪਹਿਲੇ ਤੇ ਇਸ ਨੂੰ ਮਿੱਥ ਲਵੀਏ ਨਾ ਕਿ ਇਹ ਸ਼ਾਇਰ ਹਨ ਕੀ। ਦੇਖੋ, ਇੱਥੇ ਕਿਹਾ ਜਾਂਦਾ ਹੈ ਕਿ ਸ਼ੇਕਸਪੀਅਰ ਦਾ ਹਵਾਲਾ ਅਗਰ ਅਸੀਂ ਦਿੰਦੇ ਹਾਂ ਤਾਂ ਉਹ ਦਿੰਦੇ ਹਾਂ ਵਾਰਿਸ ਸ਼ਾਹ ਦੇ ਨਾਮ ਦਾ ਜਦੋਂ ਜ਼ਿਕਰ ਆਉਂਦਾ ਹੈ ਕਿ ਕਹਿੰਦਾ ਪੰਜਾਬੀ ਦਾ ਸ਼ੇਕਸਪੀਅਰ ਹੈ। ਉਹ ਯਾਰ ਖੁਦਾ ਦਾ ਖੌਫ ਤੇ ਕਰੋ, ਕਿੱਥੇ ਸ਼ੇਕਸਪੀਅਰ ਦਾ ਲੈਵਲ ਤੇ ਕਿੱਥੇ ਵਾਰਿਸ ਸ਼ਾਹ ਦਾ ਲੈਵਲ। ਤੁਸੀਂ ਇਸ ਹੱਦ ਤੱਕ ਨਿਗੇਟ ਕਰਨ ਲੱਗ ਗਏ ਹੋ ਪੰਜਾਬੀ ਸ਼ਾਇਰਾਂ ਨੂੰ, ਪੰਜਾਬੀ ਸੂਫੀ ਸ਼ਾਇਰਾਂ ਨੂੰ, ਕਿ ਉਹ ਦੁਨੀਆ ਦਾ ਸਭ ਤੋਂ ਬਿਹਤਰ ਲਿਟਰੇਚਰ, ਸਭ ਤੋਂ ਬਿਹਤਰ ਕਲਾਸਿਕ ਕ੍ਰੀਏਟ ਕਰਕੇ ਤੇ ਉਹ ਸਦੀਆਂ ਪਹਿਲੇ ਉਹ ਟੁਰ ਗਏ। ਅੱਜ ਦਾ ਜੰਮਿਆ ਉਸ ਲੈਵਲ ਤੇ ਕਿੱਥੇ ਪਹੁੰਚ ਸਕਦਾ ਹੈ? ਉਹ ਚਾਹੇ ਸ਼ੇਕਸਪੀਅਰ ਹੋਵੇ, ਕੀਟਸ ਹੋਵੇ, ਇਹ ਤੇ ਮਾਡਰਨ ਸ਼ਾਇਰ ਹਨ। ਇਹਨਾਂ ਦੇ ਤੇ ਉਹਨਾਂ ਦੇ ਅੰਗ ਹੀ ਕਿਤੇ ਨੇੜੇ ਨਹੀਂ ਆਪੜਦਾ। ਸੋ ਉਹਨਾਂ ਸਾਡੀ ਸੁਸਾਇਟੀ ਦੇ ਅੰਦਰ ਪਤਾ ਹੈ ਬਦਹਾਲੀ ਕਿਉਂ ਹੈ? ਮੈਂਟਲੀ ਇੱਕ ਹੁੰਦਾ ਹੈ ਜਿਸਮਾਨੀ ਔਰ ਇੱਕ ਮੈਂਟਲੀ ਤੌਰ ਤੇ ਸੁਸਾਇਟੀ ਰਹੀ ਹੋਈ ਹੈ। ਉਹਦੇ ਵਿੱਚ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਜਿਹੜੀ ਪਿਛਲੀ ਇੱਕ ਰਵਾਇਤ ਚੱਲੀ ਆ ਰਹੀ ਸੀ, ਬਾਬਾ ਫਰੀਦ ਤੋਂ ਲੈ ਕੇ ਬਾਬਾ ਨਾਨਕ ਸੀ, ਭਗਤ ਕਬੀਰ ਸੀ, ਉਸ ਤੋਂ ਅੱਗੇ ਬੁੱਲੇ ਸ਼ਾਹ ਨੇ, ਸ਼ਾਹ ਹੁਸੈਨ ਹੈ, ਵਾਰਿਸ ਸ਼ਾਹ ਹੈ, ਖਾਜਾ ਫਰੀਦ ਹੈ, ਹਜ਼ਰਤ ਮੀਆਂ ਮੀਰ ਹਨ। ਇਹ ਉਹ ਲੋਕ ਸਨ ਜਿਨ੍ਹਾਂ ਨੇ ਸਾਨੂੰ ਆਪਣੀ ਹਯਾਤੀਆਂ ਦਾ ਔਰ ਇਨਸਾਨ ਦੋਸਤ ਫਲਸਫੇ ਦਾ ਨਿਚੋੜ ਦੇ ਦਿੱਤਾ ਸੀ ਕਿ ਤੁਸੀਂ ਮਲਟੀ ਰਿਲੀਜੀਅਸ ਸੁਸਾਇਟੀ ਦੇ ਅੰਦਰ ਕਿਵੇਂ ਰਹਿਣਾ ਹੈ, ਇਨਸਾਨ ਦਾ ਰੱਬ ਔਰ ਬੰਦੇ ਦਾ ਰੋਲ ਕੀ ਹੈ, ਉਹ ਇਹਨਾਂ ਤੋਂ ਵੱਧ ਕੇ ਕਿਸੇ ਨੇ ਇਲੈਬੋਰੇਟ ਹੀ ਨਹੀਂ ਕੀਤਾ। ਅਸੀਂ ਉਹਨਾਂ ਨੂੰ ਆਪਣੀ ਸੁਸਾਇਟੀ ਦੇ ਵਿੱਚੋਂ ਕੱਢ ਕੇ ਸਾਈਡ ਤੇ ਲਾ ਦਿੱਤਾ। ਹੁਣ ਬਾਕੀ ਸੁਸਾਇਟੀ ਦੇ ਵਿੱਚ ਰਹਿ ਗਿਆ ਕਚਰਾ। ਹੁਣ ਕਚਰੇ ਨੂੰ ਅਸੀਂ ਸਿਰਾਂ ਤੇ ਸਜਾਇਆ ਔਰ ਉਸ ਦੇ ਬਾਅਦ ਜੋ ਇੱਥੇ ਸੁਸਾਇਟੀ ਦੇ ਅੰਦਰ ਅੱਜ ਜੋ ਕੁਝ ਹੋ ਰਹੀ ਹੈ, ਇਹ ਸਮਾਜ ਜਿਹੜੀਆਂ ਰਾਹਾਂ ਤੇ ਚੱਲ ਰਹੀ ਹੈ, ਉਹ ਤੁਹਾਡੇ ਮੇਰੇ ਸਾਹਮਣੇ ਹੈ। ਹੁਣ ਅਸੀਂ ਆਨੇ ਕਿ ਇਹਨਾਂ ਲਈ ਅਸੀਂ ਕੀ ਕੀਤਾ? ਅਸੀਂ ਤੇ ਪਹਿਲਾ ਨਾਰਾ ਹੀ ਇਹ ਲਿਖਦੇ ਹਾਂ ਕਿ ਸੂਫੀਆਂ ਦਾ ਕਲਾਮ ਪੜਾਓ, ਦਹਿਸ਼ਤਗਰਦੀ ਮੁੱਢੋਂ ਮੁਕਾਓ। ਕਿ ਤੁਹਾਡੇ ਅੰਦਰ ਜਿਹੜੀ ਜ਼ਿਹਨੀ ਤੁਹਾਡੇ ਸ਼ਿੱਦਤ ਪਸੰਦੀ ਆਉਂਦੀ ਹੈ, ਅਗਰ ਤੁਸੀਂ ਸੂਫੀਆਂ ਨੂੰ ਪੜ੍ਹੋਗੇ ਤਾਂ ਤੁਸੀਂ ਬਿਹਤਰ ਇਨਸਾਨ ਬਣੋਗੇ, ਕਿਉਂਕਿ ਉਹ ਫਲਸਫਾ ਬਹੁਤ ਬਿਹਤਰ ਹੈ। ਫਿਰ ਇਸ ਲਈ ਅਸੀਂ ਮੁਖਤਲਿਫ ਸੂਫੀ ਫੈਸਟੀਵਲ ਵੀ ਕਰਵਾਏ ਨੇ, ਜਿਨ੍ਹਾਂ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਦੀ ਰਲਤ ਹੁੰਦੀ ਹੈ। ਉਹ ਬੁੱਲੇ ਸ਼ਾਹ, ਅਗਰ ਅਸੀਂ ਪੰਜਾਬੀ ਦਾ ਕੋਈ ਤੁਸੀਂ ਕੌਮੀ ਸ਼ਾਇਰ ਮਿੱਥਣਾ ਹੈ ਤੇ ਮੈਂ ਤਾਂ ਉਹ ਬੁੱਲੇ ਸ਼ਾਹ ਨੂੰ ਕਹਾਂਗਾ। ਬੁੱਲੇ ਸ਼ਾਹ ਫੈਸਟੀਵਲ ਅਸੀਂ 3 ਸਾਲ ਫੁੱਲ ਫਲੈਜ ਬਹੁਤ ਵੱਡੇ 3 ਦਿਨ ਦੇ ਅਸੀਂ ਬੁੱਲੇ ਸ਼ਾਹ ਫੈਸਟੀਵਲ ਕਰਾਇਆ। ਔਰ ਉਹ ਤੁਹਾਡਾ ਸਵਾਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਰਹੇ ਹੋ ਕਿ ਉਹ ਸਾਡਾ ਵਿਰਸਾ ਕਿਤਨਾ ਰਿਚ ਵਿਰਸਾ ਹੈ ਔਰ ਅੱਜ ਅਸੀਂ ਕਿੱਥੇ ਬੈਠੇ ਹਾਂ। ਅੱਛਾ ਭਾਜੀ, ਮੈਨੂੰ ਇੱਕ ਨਾ ਪੰਜਾਬੀ ਦਾ ਕਲਾਮ ਯਾਦ ਹੈ, ਬਹੁਤ ਵਧੀਆ ਹੈ। ਮੈਂ ਉਹਦੇ 'ਤੇ ਵੀਡੀਓ ਵੀ ਬਣਾਈ ਸੀ। ਕਹਿੰਦਾ ਕਿ ਹੱਜ ਵੀ ਕੀਤੀ ਜਾਂਦੇ ਹੋ ਤੇ ਲਹੂ ਵੀ ਪੀਤੀ ਜਾਂਦੇ ਹੋ, ਖੋ ਕੇ ਮਾਲ ਯਤੀਮਾਂ ਦਾ ਭੇਜ ਮਸੀਤੀ ਜਾਂਦੇ ਹੋ, ਫੱਟ ਜਿਗਰ ਦੇ ਸੀਂਦੇ ਨਹੀਂ ਤੇ ਟੋਪੀਆਂ ਸੀਤੀ ਜਾਂਦੇ ਹੋ, ਨਫਸ ਤੇ ਛੁਰੀ ਫੇਰਦੇ ਨਹੀਂ ਤੇ ਦੁੰਬੇ ਕੀਤੀ ਜਾਂਦੇ ਹੋ। ਉਹ ਕੋਈ ਮੈਨੂੰ ਵੀ ਦੱਸ ਦਿਓ ਇਹ ਕੀ ਕੀਤੀ ਜਾਂਦੇ ਹੋ? ਵਾਹ ਵਾਹ ਵਾਹ, ਬਹੁਤ ਖੂਬਸੂਰਤ ਹੈ। ਪੰਜਾਬੀ ਦੀ ਰਵਾਇਤ ਜਿਹੜੀ ਹੈ ਉਹ ਇਤਨੀ ਰਿਚ ਹੈ ਕਿ ਪੰਜਾਬੀ ਦੇ ਅੰਦਰ ਜਿਹੜਾ ਲਿਖੇਗਾ ਉਸ ਰਵਾਇਤ ਨੂੰ ਫਾਲੋ ਕਰਦੇ ਹੋਇਆ ਉਹਦੇ ਅੰਦਰ ਅਲਟੀਮੇਟਲੀ ਬਹੁਤ ਜ਼ਿਆਦਾ ਉਹਦੇ 'ਚ ਗਹਿਰਾਈ ਆ ਜਾਏਗੀ। ਇਹ ਹੁਣ ਕਿਸੇ ਆਮ ਬੰਦੇ ਦਾ ਸ਼ਾਇਰ ਹੈ ਤੇ ਅਗਰ ਇਹ ਇਸ ਮਤਲਬ ਖਿਆਲ ਅਗਰ ਦੇਖੀਏ ਤੇ ਇਹੀ ਜਿਹੜੀ ਬੁਨਿਆਦੀ ਤੌਰ 'ਤੇ ਬਾਬੇ ਨਾਨਕ ਦਾ ਔਰ ਬੁੱਲੇ ਸ਼ਾਹ ਦਾ, ਇਹਨਾਂ ਦਾ ਫਲਸਫਾ, ਇਹਨਾਂ ਦੀ ਪੋਇਟਰੀ ਮਿਲਦੀ ਜੁਲਦੀ, ਇਹਨਾਂ ਦੀ ਲਾਈਫ ਵੀ ਮਿਲਦੀ ਜੁਲਦੀ ਹੈ ਕਿ ਉਸ ਵੇਲੇ ਦੀ ਪੋਲੀਟੀਕਲ ਐਲੀਟ ਔਰ ਉਸ ਵੇਲੇ ਦੀ ਜਿਹੜੀ ਮਜ਼ਹਬੀ ਐਲੀਟ ਸੀ, ਦੋਨਾਂ ਨੇ ਉਹਦੇ ਖਿਲਾਫ ਲਿਖਿਆ ਵੀ ਔਰ ਰੈਜ਼ਿਸਟੈਂਸ ਵੀ ਕੀਤੀ। ਤੇ ਬੁੱਲੇ ਸ਼ਾਹ ਜਿਹੜਾ ਇਹਨਾਂ ਹੀ ਲਾਈਨਸ ਤੇ ਕੁਝ ਬੁੱਲੇ ਸ਼ਾਹ ਨੇ ਵੀ ਕਿਹਾ ਹੈ ਕਿ ਮੁੱਲਾਂ ਤੇ ਮਸ਼ਾਲਚੀ ਦੋਹਾਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਆਪ ਹਨੇਰੇ ਨਿੱਤ। ਮਤਲਬ ਇਹ ਹੈ ਕਿ ਤੁਸੀਂ ਆਪ ਜਿਹੜੀ ਮੁਨਾਫਕਤ ਦਾ ਇਹ ਪਹਿਲੂ ਹੈ ਮੁੱਲਾਂ ਤੇ ਮਸ਼ਾਲਚੀ ਦਾ, ਕਿ ਲੋਕਾਂ ਨੂੰ ਤੇ ਵਾਜ਼ ਤੇ ਨਸੀਹਤ ਤੇ ਪੰਦ ਨਸੀਹਤਾਂ ਸਾਰਾ ਇਹ ਕੁਝ ਕਰ ਰਹੀ ਹੈ, ਲੇਕਿਨ ਆਪਣੇ ਅੰਦਰ ਇਸ ਦਾ ਕਰੈਕਟਰ ਇਤਨਾ ਬੁਰਾ ਹੈ ਕਿ ਸੁਸਾਇਟੀ ਦੇ ਵਿੱਚ ਨਾ ਕੁਝ ਕੰਟਰੀਬਿਊਟ ਕਰ ਰਹੀ ਹੈ, ਨਾ ਕੁਝ ਦੇ ਰਹੀ ਹੈ। ਇਹ ਚਾਹੁੰਦਾ ਹੈ ਕਿ ਲੈ 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 ਲੈ, ਬਸ ਆਣ ਦਿਓ, ਇਹ ਬਸ
ਆਏਗਾ ਤੇ ਕੀ ਲਿਆਏਗਾ, ਜਾਏਗਾ ਤੇ ਕੀ ਦੇ ਕੇ ਜਾਏਗਾ। ਜੀ ਅੱਛਾ ਅਹਿਮਦ ਭਾਈ, ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣਾ ਚਾਹੁੰਦਾ ਬੜੀ ਇੰਪੋਰਟੈਂਟ, ਕਿ ਤੁਸੀਂ ਅੱਜ ਤੋਂ 10 ਸਾਲ ਬਾਅਦ 20 ਸਾਲ ਬਾਅਦ ਪੰਜਾਬੀ ਨੂੰ ਕਿੱਥੇ ਦੇਖਦੇ ਹੋ? ਇਹਦਾ ਮੁਸਤਕਬਲ ਕੀ ਹੋਏਗਾ? ਕਿਤੇ ਸਾਡੇ ਬੱਚੇ ਵੀ ਲੇਡੀ ਗਾਗਾ ਤੇ ਨਹੀਂ ਸੁਣਨਗੇ? ਦੇਖੋ, ਅਗਰ ਤੁਸੀਂ ਪੰਜਾਬੀ ਦਾ ਮੁਸਤਕਬਲ ਬਣਾਉਣਾ ਹੈ ਨਾ, ਤੇ ਫਿਰ ਇਹਦਾ ਸਕੂਲਸ ਦੇ ਅੰਦਰ, ਕਾਲਜਸ ਦੇ ਅੰਦਰ ਲਿਆਉਣਾ ਜ਼ਰੂਰੀ ਹੈ। ਹੁਣ ਇਹਦੀ ਬਰਬਾਦੀ ਜਿਸ ਹੱਦ ਤੱਕ ਹੋ ਚੁੱਕੀ ਹੈ, ਇਸ ਤੋਂ ਵੱਧ ਕੇ ਹੋਰ ਬਰਬਾਦੀ ਕੀ ਹੋ ਸਕਦੀ ਕਿ ਤੁਹਾਡੇ ਸਕੂਲ ਕਾਲਜਸ, ਜਿਹੜੀ ਨਵੀਂ ਨਸਲ ਹੈ ਉਹ ਤਾਂ ਪੰਜਾਬੀ ਤੋਂ ਹਟ ਗਈ। ਨਹੀਂ, ਗਾਲਾਂ ਸੀ ਪੰਜਾਬੀ 'ਚ ਕੱਢ, ਗਾਲਾਂ ਪੰਜਾਬੀ ਦਿੰਦੇ ਹੋ ਹੁਣ, ਕਿਉਂਕਿ ਤੁਹਾਡੇ ਜੀਨਸ ਦੇ ਅੰਦਰ ਉਹ ਚੀਜ਼ਾਂ ਸ਼ਾਮਿਲ ਹਨ, ਤੁਹਾਡੀ ਇੱਕ ਰਵਾਇਤ ਜਿਹੜੀ ਚੱਲਦੀ ਆ ਰਹੀ ਉਹ ਸਾਰਾ ਕੁਝ ਅੰਦਰ ਸ਼ਾਮਿਲ ਹੈ। ਹੁਣ ਅਲਟੀਮੇਟਲੀ ਹਰ ਚੀਜ਼ ਦਾ ਜਿਤਨਾ ਵੀ ਉਸਨੇ ਬੁਰਾ ਹੋਣਾ ਹੁੰਦਾ ਨਾ, ਉਹਦੀ ਇੱਕ ਹੱਦ ਹੁੰਦੀ ਹੈ। ਹੁਣ ਪੰਜਾਬੀ ਤੇ ਜ਼ੁਲਮ ਦੀ ਹੱਦ ਹੋ ਗਈ ਹੈ, ਹੁਣ ਇਹ ਜ਼ੁਲਮ ਦੀ ਹੱਦ ਮੁੱਕਣ ਵਾਲੀ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਅੰਦਰ ਜਾਗ੍ਰਿਤੀ ਦਿਨ ਬ ਦਿਨ ਵੱਧ ਰਹੀ ਹੈ। ਜਦੋਂ ਤੁਸੀਂ ਇਹ ਦੇਖੋ ਨਾ ਕਿ ਇਹਨਾਂ ਸਾਰੇ ਕਰਤੂਤਾਂ ਦੇ ਬਾਵਜੂਦ ਪੰਜਾਬੀ ਅੱਜ ਵੀ ਉਹਦੇ 'ਚ ਬਹੁਤ ਵੱਡੇ ਸਿੰਗਰ ਪੈਦਾ ਹੋ ਰਹੇ ਹਨ, ਪੰਜਾਬੀ ਬਹੁਤ ਵੱਡੇ ਲੈਵਲ 'ਤੇ ਲਿਖੀ ਜਾ ਰਹੀ ਹੈ। ਅੱਜ ਵੀ ਤੁਸੀਂ ਦੇਖੋ ਕਿ ਇਸ ਪੰਜਾਬੀ 'ਤੇ ਲੱਖਾਂ ਪਾਬੰਦੀਆਂ ਦੇ ਬਾਵਜੂਦ ਅੱਜ ਵੀ ਇੱਥੋਂ ਦਾ ਜੋ ਲਿਟਰੇਚਰ ਕ੍ਰੀਏਟ ਹੋ ਰਿਹਾ ਹੈ, ਉਹ ਜਿਹੜੀ ਇੱਥੋਂ ਦੀ ਕੌਮੀ ਭਾਸ਼ਾ ਹੈ ਉਸ ਨਾਲੋਂ ਕਿਤੇ ਅੱਪਰ ਲੈਵਲ ਦਾ ਲਿਟਰੇਚਰ ਕ੍ਰੀਏਟ ਹੋ ਰਿਹਾ ਹੈ। ਔਰ ਇਹ ਕਿਸੇ ਵੀ ਜ਼ਬਾਨ ਦੇ ਜੀਣ ਦੀ, ਉਸ ਦੇ ਜ਼ਿੰਦਾ ਰਹਿਣ ਦੀ ਇੱਕ ਵੱਡੀ ਮਿਸਾਲ ਹੁੰਦੀ ਹੈ। ਔਰ ਇਹ ਅੱਜ ਤੇ ਤੁਸੀਂ ਮੀਡੀਆ ਦੇ ਵਿੱਚ ਵੱਡੇ ਵੱਡੇ ਨਾਮ ਦੇਖਦੇ ਹੋ। ਮੀਡੀਆ ਦੇ ਵਿੱਚ ਪਹਿਲੇ ਤਾਂ ਇਹ ਹੁੰਦਾ ਸੀ ਨਾ ਕਿ ਕਿਸੇ ਬੰਦੇ ਦੇ ਉਰਦੂ ਪ੍ਰੋਗਰਾਮ ਦੇ ਵਿੱਚ ਕਿਸੇ ਦੇ ਮੂੰਹ ਦੇ ਵਿੱਚੋਂ ਪੰਜਾਬੀ ਲਫ਼ਜ਼ ਕੋਈ ਨਿਕਲ ਗਿਆ ਤੇ ਉਹਦੇ 'ਤੇ ਉਸ ਨੂੰ ਬਕਾਇਦਾ ਉਸ ਦੀ ਜੁਗਤਬਾਜ਼ੀ ਇਹ ਉਹ ਉਸ 'ਤੇ ਹੱਸਿਆ ਜਾਂਦਾ ਸੀ। ਅੱਜ ਤੇ ਲੋਕ ਚਸਕੇ ਦੇ ਨਾਲ ਪੰਜਾਬੀ 'ਚ ਆਪ ਪ੍ਰੋਗਰਾਮ ਕਰ ਰਹੇ। ਤੁਸੀਂ ਦੇਖਿਆ ਹੋਗਾ ਆਫਤਾਬ ਇਕਬਾਲ, ਜਿਹੜਾ ਕਦੀ ਇਹ ਕਹਿੰਦਾ ਸੀ, ਓਏ ਤੁਮ ਫਿਰ ਪੰਜਾਬੀ ਬੋਲ ਰਹੇ ਹੋ, ਤੁਮਨੇ ਪੰਜਾਬੀ में बात की है, ਹੁਣ ਉਹ ਪੰਜਾਬੀ ਪ੍ਰੋਗਰਾਮ ਕਰ ਰਹੀ ਹੈ। ਸੋ ਇਹ ਚੇਂਜ ਹੈ ਨਾ, ਟ੍ਰੈਂਡ ਆ ਗਿਆ, ਚੇਂਜ ਹੈ, ਚੇਂਜ ਆ ਰਹੀ ਹੈ। ਔਰ ਇਹ ਆਪਣੇ ਅਸਲ ਤੇ ਆਪਣੇ ਮਰਕਜ਼ ਤੇ ਪੰਜਾਬੀ ਆਣਗੇ, ਔਰ ਜਦੋਂ ਇੱਥੇ ਆ ਜਾਣਗੇ ਫਿਰ ਹੀ ਪੰਜਾਬ ਦੀ ਤਰੱਕੀ ਹੋਏਗੀ। ਅੱਛਾ ਭਾਜੀ, ਅੱਗੇ ਮੈਂ ਗੱਲ ਕੀਤੀ ਸੀ ਪੰਜਾਬੀ ਸੂਫੀ ਸ਼ਾਇਰਾਂ ਦੇ ਬਾਰੇ ਜੀ। ਉਹਨਾਂ ਨੇ ਜੋ ਕੀਤਾ ਉਹ ਤੇ ਸਾਨੂੰ ਦਿਖ ਰਿਹਾ, ਮਾਸ਼ਾਅੱਲਾ ਬਹੁਤ ਅੱਛੀ ਉਹਨਾਂ ਦੀ ਪੋਇਟਰੀ ਸੀ। ਤੇ ਜਿਹੜੇ ਅੱਜ ਦੇ ਪੰਜਾਬੀ ਸ਼ਾਇਰ ਨੇ ਉਹਨਾਂ ਕੀ ਕੀਤਾ ਹੈ, ਉਹਨਾਂ ਬਾਰੇ ਤਾਂ ਸਾਨੂੰ ਨਹੀਂ ਪਤਾ। ਤੁਸੀਂ ਦੱਸੋ, ਤੁਹਾਡੀ ਤੇ ਕਾਫੀ ਤਹਿਕੀਕਾਤ ਤੇ ਰਿਸਰਚ ਆ ਉਹਨਾਂ ਦੇ ਬਾਰੇ, ਸਾਨੂੰ ਥੋੜਾ ਜਿਹਾ ਗਾਈਡ ਕਰ ਦਿਓ ਕਿ ਕੌਣ ਨੇ, ਕੀ ਕੰਮਕਾਰ ਕੀਤਾ ਉਹਨਾਂ। ਦੇਖੋ ਵਕਾਰ ਜੀ, ਪੰਜਾਬੀ ਤੇ ਬਿਲਕੁਲ ਪਾਬੰਦੀ ਲੱਗੀ ਹੈ 1870 ਦੇ ਵਿੱਚ, ਫੋਰਟ ਵਿਲੀਅਮ ਕਾਲਜ ਜਦੋਂ ਬਣਾਇਆ ਜਾਂਦਾ ਹੈ। ਠੀਕ ਹੋ ਗਿਆ। ਉਹ ਪਾਬੰਦੀ ਕਿਸ ਸ਼ਕਲ ਦੇ ਵਿੱਚ ਲੱਗੀ ਹੈ ਕਿ ਉਸ ਤੋਂ ਬਾਅਦ ਇੱਥੇ ਪੰਜਾਬੀ ਲਿਟਰੇਚਰ ਨੂੰ ਕਦੇ ਵੀ ਇੱਜ਼ਤ ਤੇ ਮਾਨਤਾ ਨਹੀਂ ਮਿਲੇਗੀ, ਜਿਸ ਦਾ ਦੁੱਖ ਦਰਦ ਮੀਆਂ ਮੁਹੰਮਦ ਬਖਸ਼ ਦੀ ਸ਼ਾਇਰੀ ਦੇ ਵਿੱਚ ਵੀ ਸਾਨੂੰ ਮਿਲਦਾ ਹੈ। ਲੇਕਿਨ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਪੰਜਾਬੀ ਦੇ ਅੰਦਰ ਜਿਹੜਾ ਲਿਟਰੇਚਰ ਕ੍ਰੀਏਟ ਹੋ ਰਿਹਾ ਹੈ ਉਹ ਬਹੁਤ ਆਲਾ ਪਾਇਦਾ ਹੈ। ਭਲੇ ਇਸ 'ਤੇ ਲੱਖਾਂ ਪਾਬੰਦੀਆਂ ਉਹ ਤੁਸੀਂ ਲਾ ਦਿੱਤੀਆਂ, ਲੇਕਿਨ ਖਲਕਤ ਦੀ ਜਿਹੜੀ ਬੋਲੀ ਹੁੰਦੀ ਹੈ ਨਾ, ਉਹਦੇ ਅੰਦਰੋਂ ਨਵੇਂ ਸ਼ਗੂਫੇ ਫੁੱਟਦੇ ਰਹਿੰਦੇ, ਨਵੇਂ ਨਵੇਂ ਰੰਗ ਫੁੱਟਦੇ ਰਹਿੰਦੇ। ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਕੈਨੇਡਾ ਦੇ ਅੰਦਰ ਪੰਜਾਬੀ ਦਾ ਦੁਨੀਆ ਭਰ ਦਾ ਸਭ ਤੋਂ ਵੱਡਾ ਐਵਾਰਡ ਢਾਹਾਂ ਐਵਾਰਡ ਹੈ, ਜਿਸ ਦੀ ਪਾਕਿਸਤਾਨੀ ਅਗਰ ਅਸੀਂ ਦੇਖੀਏ ਪੈਸਿਆਂ ਦੇ ਮੁਤਾਬਿਕ ਕੋਈ 35-40 ਲੱਖ ਰੁਪਏ ਇਨਾਮ ਬਣਦਾ ਹੈ। ਸਹੀ ਹੋ ਗਿਆ। ਤੇ ਤੁਹਾਨੂੰ ਖੁਸ਼ੀ ਹੋਏਗੀ ਕਿ ਇਸ ਦਫਾ ਐਵਾਰਡ ਪੂਰੀ ਦੁਨੀਆ ਤੋਂ ਵਿਨ ਕਰਨ ਵਾਲਾ ਉਹ ਸਰਗੋਧੇ ਦਾ ਲਿਖਾਰੀ ਲਾਹੌਰ ਦੇ ਅੰਦਰ ਰਹਿੰਦਾ ਹੈ, ਨੈਣ ਸੁੱਖ। ਨੈਣ ਸੁੱਖ ਜੀ, ਨੈਣ ਸੁੱਖ ਦੀ ਸ਼ਾਰਟ ਸਟੋਰੀਜ਼ ਤੇ ਉਸਨੇ ਐਵਾਰਡ ਵਿਨ ਕੀਤਾ। ਸੋ ਕਹਾਣੀ ਪੰਜਾਬੀ ਦੀ ਬਹੁਤ ਕਮਾਲ ਦੀ ਲਿਖੀ ਜਾ ਰਹੀ ਹੈ। ਨਾਵਲ ਜਿਹੜਾ ਪਹਿਲੇ ਨਹੀਂ ਸੀ, ਐਸਐਨ ਹਸਨ ਰੰਧਾਵਾ ਸਾਹਿਬ ਨੇ ਜਿਹੜਾ ਸ਼ੁਰੂ ਕੀਤਾ ਸੀ ਇਸ ਲਹਿੰਦੇ ਪੰਜਾਬ ਦੇ ਵਿੱਚ, ਉਹ ਹੁਣ ਅੱਗੇ ਅੱਗੇ ਉਹਦੇ ਵਿੱਚ ਦਰਜਨਾਂ ਲੋਕ ਉਹ ਆ ਚੁੱਕੇ ਨੇ। ਫਿਰ ਅਸੀਂ ਆਉਂਦੇ ਹਾਂ ਪੰਜਾਬੀ ਪੋਇਟਰੀ ਵੱਲ। ਪੰਜਾਬੀ ਪੋਇਟਰੀ ਦੇ ਵਿੱਚ ਬਾਬਾ ਨਜਮੀ ਪੂਰੀ ਦੁਨੀਆ ਜਾਣਦੀ। ਬਾਬਾ ਨਜਮੀ ਨੂੰ ਕਦੇ ਕੈਨੇਡਾ ਨੇ ਬੁਲਾਇਆ ਹੁੰਦਾ, ਕਦੇ ਅਮਰੀਕਾ, ਕਦੇ ਕਿੱਥੇ। ਫਿਰ ਇੱਕ ਵੱਡਾ ਨਾਮ ਜਿਹੜਾ ਸਾਡੇ ਕੋਲ ਪੰਜਾਬੀ ਕਲਾਸਿਕ ਦਾ ਹੈ, ਅਗਰ ਅਸੀਂ ਬਾਬਿਆਂ ਦੀ ਰਵਾਇਤ ਵੇਖਣੀ ਹੈ ਤੇ ਅਫਜ਼ਲ ਸਾਹਿਰ ਬਹੁਤ ਵੱਡਾ ਨਾਮ ਹੈ। ਅਫਜ਼ਲ ਸਾਹਿਰ ਦੀ ਸ਼ਾਇਰੀ ਅਗਰ ਕਿਸੇ ਪੰਜਾਬੀ ਨੇ ਨਹੀਂ ਸੁਣੀ, ਨਹੀਂ ਪੜ੍ਹੀ, ਤੇ ਉਹਨੂੰ ਲਾਜ਼ਮੀ ਪੜ੍ਹਨੀ ਚਾਹੀਦੀ। ਬਹੁਤ ਰਿਚ ਪੋਇਟਰੀ ਹੈ। ਫਿਰ ਗਜ਼ਲ ਦੇ ਵਿੱਚ ਜਿਹੜਾ ਨਵਾਂ ਤਜਰਬਾ ਹੋਇਆ, ਕਿਉਂਕਿ ਉਰਦੂ ਦੇ ਆਉਣ ਤੋਂ ਬਾਅਦ ਇੱਥੇ ਸਿਨਫਾਂ ਵੀ ਬਦਲੀਆਂ। ਪਹਿਲੇ ਕਾਫੀ ਜ਼ਿਆਦਾ ਇੱਥੇ ਚੱਲਦੀ ਸੀ, ਫਿਰ ਉਰਦੂ ਦੀ ਵਜ੍ਹਾ ਤੋਂ ਇੱਥੇ ਨਜ਼ਮ ਔਰ ਗਜ਼ਲ ਉਹ ਪ੍ਰੋਮੀਨੈਂਟ ਹੋਈ, ਮਕਬੂਲ ਹੋਈ ਲੋਕਾਂ ਦੇ ਵਿੱਚ। ਤਜਮਲ ਕਲੀਮ ਚੂਨੀਆਂ ਦੇ ਇੱਕ ਐਸੇ ਸ਼ਾਇਰ ਹਨ ਜਿਨ੍ਹਾਂ ਦਾ ਗਜ਼ਲ ਦੇ ਵਿੱਚ ਕੋਈ ਸਾਨੀ ਨਹੀਂ, ਤੁਸੀਂ ਉਹਨਾਂ ਨੂੰ ਸੁਣ ਸਕਦੇ ਹੋ। ਤੇ ਇਸ ਤਰੀਕੇ ਦੇ ਸਾਡੇ ਕੋਲ ਦਰਜਨਾਂ ਨਾਂ ਹਨ ਜਿਹੜੇ ਅੱਜ ਵੀ ਤੁਸੀਂ, ਜਿਹੜੀ ਅਸੀਂ ਇੱਥੇ ਉਰਦੂ ਜ਼ਬਾਨ ਜਿਹਦੇ 'ਤੇ ਸਾਰਾ ਕੁਝ ਲਾ ਰਹੀ ਹੈ ਨਾ ਸਟੇਟ, ਉਹਦੇ ਅੰਦਰ ਇਸ ਤਰ੍ਹਾਂ ਦਾ ਲਿਟਰੇਚਰ ਕ੍ਰੀਏਟ ਨਹੀਂ ਕਰ ਪਾਈ ਜੋ ਅੱਜ ਵੀ ਪੰਜਾਬੀ ਦੇ ਅੰਦਰ ਬਗੈਰ ਕਿਸੇ ਗੱਲ ਦੇ ਪ੍ਰੋਡਿਊਸ ਹੋ ਰਹੀ ਹੈ। ਅੱਛਾ ਵੀ ਸੱਜਣੋ ਤੇ ਮਿੱਤਰੋ, ਫਿਰ ਤੁਹਾਨੂੰ ਸਾਡਾ ਪ੍ਰੋਗਰਾਮ ਵੇਖ ਕੇ ਪਤਾ ਤੇ ਲੱਗ ਹੀ ਗਿਆ ਹੋਣਾ ਕਿ ਇਨਫੋਰਮੇਸ਼ਨ ਤੇ ਇੰਟਰਟੇਨਮੈਂਟ ਦੋਵੇਂ ਇੱਕੋ ਹੀ ਚੈਨਲ ਤੇ। ਹੁਣ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸੋਸ਼ਲ ਅਲਰਟ ਨੂੰ ਕਰੋ ਸਬਸਕ੍ਰਾਈਬ,
ਤੇ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗਾ। ਅੱਛਾ, ਤੇ ਮੈਂ ਹੁਣ ਇਹ ਚਾਹੁੰਦਾ ਕਿ ਸਾਡੇ ਸ਼ੋਅ ਨੂੰ ਖਤਮ ਭਾਈ ਅਹਿਮਦ ਰਜ਼ਾ ਆਪ ਹੀ ਕਰਨ ਕਿਸੇ ਸੂਫੀ ਕਲਾਮ ਨਾਲ, ਤਾਂ ਕਿ ਬਰਕਤ ਹੋ ਜੇ। ਤੇ ਤੁਸੀਂ ਹੁਣ ਜ਼ਰਾ ਆਪ ਹੀ ਬਿੰਦਰ ਜੀ, ਜਿਹੜੇ ਸੂਫੀ ਹੁੰਦਾ ਹੈ ਨਾ, ਉਹ ਲੋਕਾਂ ਦੀ ਗੱਲ ਕਰਦਾ ਹੈ, ਤੇ ਅਸੀਂ ਹਮੇਸ਼ਾ ਪੁਰਾਣੇ ਸੂਫੀਆਂ ਦੀ ਗੱਲ ਕਰਨੇ, ਸਾਨੂੰ ਅੱਜ ਦੇ ਸੂਫੀਆਂ ਵੱਲ ਵੀ ਆਉਣਾ ਚਾਹੀਦਾ। ਹਾਂਜੀ। ਬਾਬਾ ਨਜਮੀ ਜਿਹੜਾ ਹਮੇਸ਼ਾ ਖਲਕਤ ਦੀ ਗੱਲ ਕਰਦਾ ਹੈ, ਉਹਨਾਂ ਦੇ ਮੈਂ ਕੋਈ ਦੋ ਚਾਰ ਸ਼ੇਰ ਤੁਹਾਨੂੰ ਸੁਣਾਉਣਾ ਹਾਂ। ਬਾਬਾ ਨਜਮੀ ਸਾਹਿਬ ਫਰਮਾਉਂਦੇ ਨੇ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਤੇ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਟੁੱਟਦੇ ਨਕਸ਼ਾ ਆਪਣੇ ਸਫ਼ਰਾਂ ਦਾ। ਫਿਰ ਇਖਤਤਾਮ ਆਪਣੇ ਮੁਰਸ਼ਿਦ ਬੁੱਲੇ ਸ਼ਾਹ ਦੀਆਂ ਦੋ ਲਾਈਨਸ ਤੇ ਉਹ ਕਰਦੇ ਆ ਕਿ ਇੱਟ ਖੜਕੇ ਦੁੱਕੜ ਵੱਜੇ, ਤੱਤਾ ਹੋਵੇ ਚੁੱਲ੍ਹਾ ਤੇ ਆਣ ਫਕੀਰ ਤੇ ਖਾਖਾ ਜਾਵਣ, ਰਾਜ਼ੀ ਹੋਵੇ ਬੁੱਲਾ। ਦੋਸਤੋ, ਮੈਂ ਹਾਂ ਅਹਿਮਦ ਰਜ਼ਾ ਪੰਜਾਬੀ, ਔਰ ਅੱਜ ਖਾਸ ਸੁਨੇਹਾ ਤੁਹਾਨੂੰ ਦੇਣਾ ਹੈ। ਸਾਡੇ ਮਿੱਤਰ ਪਿਆਰੇ ਨਸਰ ਢਿੱਲੋਂ ਹੋਰਾਂ ਦਾ ਚੈਨਲ ਸੋਸ਼ਲ ਅਲਰਟ, ਜਿਹੜਾ ਮਾਰਕੀਟ ਦੇ ਵਿੱਚ ਨਾ ਸਿਰਫ ਆ ਚੁੱਕਾ ਹੈ ਬਲਕਿ ਧੂੰਮਾਂ ਮਚਾ ਚੁੱਕਾ ਹੈ। ਤੇ ਸੋਸ਼ਲ ਅਲਰਟ ਕਿ ਤੁਸੀਂ ਸੋਸ਼ਲੀ ਅਲਰਟ ਤੁਹਾਨੂੰ ਕਿਵੇਂ ਕਰਦੇ ਨੇ, ਇਸ ਦੇ ਵਿੱਚ ਤੁਹਾਨੂੰ ਨੌਲੇਜ ਵੀ ਮਿਲੇਗਾ, ਇਸ ਵਿੱਚ ਤੁਸੀਂ ਇੰਟਰਟੇਨ ਵੀ ਹੋਵੋਗੇ। ਸੋ ਦੇਖਦੇ ਰਹੋ ਸੋਸ਼ਲ ਅਲਰਟ, ਇਸ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਕਮੈਂਟ ਕਰਨਾ ਤੇ ਕਦੀ ਭੁੱਲਣਾ ਹੀ ਨਾ।